ਬੀਬੀਆਂ ਘਰੋਂ ਨਿਕਲਣ ਲੱਗੇ ਡਰ ਰਹੀਆਂ, ਕਿਤੇ ਰਿਸ਼ਤੇਦਾਰੀ 'ਚ ਜਾਣਾ ਤਾਂ ਉਹਨਾਂ ਨੂੰ ਡਰ ਲੱਗਦਾ, ਉਹਨਾਂ ਦੀਆਂ ਰਾਹ 'ਚ ਬਾਲੀਆਂ ਖੋਈਆਂ ਜਾ ਰਹੀਆਂ। ਲਾਅ ਐਂਡ ਆਰਡਰ ਦੀ ਸਭ ਤੋਂ ਵੱਡੀ ਸਮੱਸਿਆ ਇਸ ਹਲਕੇ ਦੇ ਵਿੱਚ ਹੈ। 10 ਤੋਂ ਜ਼ਿਆਦਾ ਮਰਡਰ ਹੋ ਚੁੱਕੇ ਹੈ। ਪਰ ਜੋ ਕਾਂਗਰਸ ਦੀ ਸਰਕਾਰ ਆਈ, ਸਰਪ੍ਰਸਤ ਬਣ ਗਏ ਤੇ ਉਸ ਤੋਂ ਬਾਅਦ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਲਾਇਆ, ਉਹਨਾਂ ਨੂੰ ਦੜੇ ਸੱਟੇ, ਲੋਟਰੀਆਂ, ਕਮਿਸ਼ਨ ਇਕੱਠੀ ਕਰਨ ਵਾਸਤੇ ਲਾਇਆ ਰੱਖਿਆ। ਤੁਸੀਂ ਲੋਕਾਂ ਦੇ ਵਿੱਚ ਕਿਵੇਂ ਵਿਚਰ ਰਹੇ ਹੋ? ਆਪਣੇ ਪਿਤਾ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ, ਜਾਂ ਤੁਸੀਂ ਜਿਵੇਂ ਆਵਾਜ਼ ਉਠਾਈ ਆ ਉਹਨੂੰ ਲੈ ਕੇ, ਜਾਂ ਆਪਣੀ ਜਿਹੜੀ ਹੁਣ ਤੁਹਾਡੀ ਪਾਰਟੀ ਹੈ ਬੀਜੇਪੀ ਦੇ ਨਾਲ ਗਠਬੰਧਨ ਹੈ ਉਹਨਾਂ ਦੀ ਸੋਚ ਨੂੰ ਲੈ ਕੇ ਜਾ ਰਹੇ ਹੋ? ਪਿੱਛੇ ਇੱਕ ਬਾਦਲ ਮਾਫੀਆ ਨੇ ਕੀਤੀ ਸੀ ਵੀ ਪੰਜਾਬ ਖੁਸ਼ਹਾਲ ਹੈ, ਸਾਰਾ ਕੁਝ ਹੀ ਰਹਿਣ ਦਿਓ, ਪੰਜਾਬ ਨੂੰ ਸਭ ਕੁਝ ਠੀਕ ਹੈ, ਨੂੰਹ ਰਾਣੀ ਦੀ ਵਜ਼ੀਰੀ ਦੇ ਦਿਓ। ਇਹ ਤਾਂ ਕੋਈ ਆਈਡੀਆ ਹੈ, ਕੋਈ ਪਾਲਿਸੀਜ਼ ਹੈ ਰੁਜ਼ਗਾਰ ਨੂੰ ਪੈਦਾ ਕਰਨ ਵਾਲੀ? ਲੰਬੇ ਸਮੇਂ ਦੀ ਸਿਆਸਤ ਹੈ, ਸਿਆਸੀ ਪਰਿਵਾਰ ਚੋਂ ਹੋ ਤੁਸੀਂ, ਪਰ ਫਿਰ ਕਾਂਗਰਸ 'ਚ ਗਏ, ਕਾਂਗਰਸ ਚੋਂ ਫਿਰ ਹੁਣ ਅਕਾਲੀ ਦਲ ਸੰਯੁਕਤ ਦੇ ਵਿੱਚ ਗਏ। ਇਹ ਇਲਜ਼ਾਮ ਲੱਗਦੇ ਨੇ ਕਿ ਟਿਕਟ ਨਹੀਂ ਮਿਲੀ, ਇਸ ਕਰਕੇ ਤੁਸੀਂ ਪਾਰਟੀ ਬਦਲ ਲਈ। ਜਿਹੜੇ ਚੋਰ ਨੇ ਇੱਥੇ, 2-3 ਇੱਥੇ ਚੋਰਾਂ ਨੇ ਪਿਛਲੇ 5 ਸਾਲ ਬਹੁਤ ਰਾਜ ਕੀਤਾ, ਉਹਨਾਂ ਦੀ ਧੌਣ ਨੱਪਣ ਵਾਸਤੇ ਜਿਹੜੀ ਉਹਨਾਂ ਦੀਆਂ ਚੋਰੀਆਂ ਸੀ, ਜ਼ੁਲਮ ਸੀ, ਸਭ ਤੋਂ ਵੱਧ ਹਲਕਾ ਫਲੌਰ ਜਿਹੜਾ ਲੁੱਟਿਆ ਗਿਆ ਤੇ ਕੁੱਟਿਆ ਗਿਆ। 20 ਸਾਲਾਂ ਤੋਂ ਉਹਨਾਂ ਨੂੰ ਜਿਹੜੀ ਸਹੁੰ ਆ ਉਹ ਪੱਕੀ ਰੱਖੀ ਆ ਵੀ ਅਸੀਂ ਨਹੀਂ ਜਿੱਤਣਾ। ਤੇ ਹੁਣ ਜਿਹੜੇ 5 ਸਾਲ ਚਲੋ ਠੀਕ ਹੈ ਜਿੱਤੇ ਨਹੀਂ, ਜਦੋਂ ਐਸਾ ਸਮਾਂ ਸੀ 17 ਦਾ ਕਿ ਤੁਸੀਂ ਤਾਂ ਮੇਰੇ ਨਾਲੋਂ ਵੱਧ ਜਾਣਦੇ ਹੋ ਵੀ ਜੇ ਗਧੇ ਨੂੰ ਵੀ ਕਾਂਗਰਸ ਨੇ ਟਿਕਟ ਦੇਤੀ ਉਹ ਵੀ ਜਿੱਤ ਗਿਆ, ਪਰ ਇਹਨਾਂ ਨੇ ਫਿਰ ਸਹੁੰ ਨਹੀਂ ਤੋੜੀ। ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਅਕਾਲੀ ਦਲ ਦੀ ਨੀਂਹ ਰੱਖੀ ਗਈ ਸੀ, ਪਰ ਉਹ ਅਕਾਲੀ ਦਲ ਤਾਂ ਰਿਹਾ ਨਹੀਂ। ਉਹਨਾਂ ਨੇ ਤਾਂ ਇੱਕੋ ਹੀ ਟਾਰਗੇਟ ਰੱਖਿਆ ਕਿ ਮੈਂ ਬੱਸਾਂ ਬਣਾਉਣੀਆਂ, ਮੈਂ ਹੋਟਲ ਬਣਾਉਣੇ ਆ। ਪਹਿਲਾਂ ਹੁੰਦਾ ਸੀ ਪੰਥ ਵਸੇ ਮੈਂ ਉਜਣਾ, ਹੁਣ ਬਾਦਲ ਕਹਿੰਦੇ ਵੀ ਬਾਦਲ ਵਸ ਜਾਣ, ਬਾਕੀ ਸਾਰਾ ਕੁਝ ਉੱਜੜਦਾ ਉੱਜੜ ਜਾਵੇ। ਸੋ ਉਹਦਾ ਕੈਂਡੀਡੇਟ ਹੈ ਜਿਹੜਾ ਇੱਥੇ ਸਾਡੇ, ਉਹ ਮੈਂ ਤਾਂ ਉਹਨੂੰ ਕਈ ਵਾਰੀ ਕਹਿਣਾ ਹੁੰਦਾ, ਨਾ ਅਕਲੋਂ ਅਕਾਲੀ ਤੇ ਨਾ ਸ਼ਕਲੋਂ ਅਕਾਲੀ। ਪ੍ਰੋਗਰਾਮ ਆਗੇ ਨੇਤਾ ਜੀ ਦੇ ਇੱਕ ਹੋਰ ਐਪੀਸੋਡ ਰਾਹੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਮੈਂ ਰਜਿੰਦਰ ਕੌਰ, ਤੇ ਅੱਜ ਅਸੀਂ ਪਹੁੰਚੇ ਹਾਂ ਫਿਲੌਰ, ਜਿੱਥੋਂ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਦਮਨਵੀਰ ਸਿੰਘ ਫਿਲੌਰ ਦੇ ਕੋਲ ਅਸੀਂ ਪਹੁੰਚੇ ਹਾਂ ਤੇ ਜਾਣਨ ਆਏ ਹਾਂ ਕਿ ਉਹਨਾਂ ਦੇ ਕੀ ਟੀਚੇ ਨੇ ਤੇ ਉਹ ਪ੍ਰਚਾਰ ਕਿਵੇਂ ਕਰ ਰਹੇ ਨੇ ਤੇ ਕਿਹੜੇ-ਕਿਹੜੇ ਮੁੱਦੇ ਲੈ ਕੇ ਸਾਡੇ ਸਾਹਮਣੇ ਅੱਗੇ ਵਿਧਾਨ ਸਭਾ ਚੋਣਾਂ ਦੀ ਉਮੀਦਵਾਰੀ ਜਤਾ ਰਹੇ ਨੇ। ਚੱਲਦੇ ਆ ਦਮਨਵੀਰ ਸਿੰਘ ਫਿਲੌਰ ਦੇ ਕੋਲ। ਵਿਧਾਨ ਸਭਾ ਚੋਣਾਂ 2022 ਨੇੜੇ ਆ ਗਈਆਂ ਨੇ, ਪਰ ਜੇਕਰ ਗੱਲ ਕਰੀਏ ਇੱਕ ਅਜਿਹੇ ਸ਼ਖਸ ਦੀ ਵੀ, ਭਲਾ ਚੋਣਾਂ ਦਾ ਮਾਹੌਲ ਹੋਵੇ ਭਲਾ ਨਾ ਹੋਵੇ, ਪਰ ਪੰਜਾਬ ਦੇ ਮੁੱਦਿਆਂ ਤੇ ਉਹ ਹਮੇਸ਼ਾ ਹੀ ਆਪਣੀ ਆਵਾਜ਼ ਚੁੱਕਦੇ ਰਹਿੰਦੇ ਨੇ। ਅਸੀਂ ਗੱਲ ਕਰ ਰਹੇ ਹਾਂ ਦਮਨਵੀਰ ਸਿੰਘ ਫਿਲੌਰ ਦੀ, ਅੱਜ ਸਾਡੇ ਨਾਲ ਮੌਜੂਦ ਨੇ ਇੱਥੇ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਬਹੁਤ-ਬਹੁਤ ਧੰਨਵਾਦ ਸਾਰੀ ਹੀ ਦੈਨਿਕ ਸਵੇਰਾ ਦੀ ਟੀਮ ਦਾ ਫਿਲੌਰ ਪਹੁੰਚਣ ਤੇ। ਇਸ ਮਾਹੌਲ ਦੇ ਵਿੱਚ ਜੋ ਚੋਣਾਂ ਦਾ ਇੱਕ ਸੈਲੀਬ੍ਰੇਸ਼ਨ ਦਾ ਇੱਕ ਮਾਹੌਲ ਹੈ ਪੰਜਾਬ ਦੇ ਵਿੱਚ, ਉਹਦੇ ਵਿੱਚ ਦੈਨਿਕ ਸਵੇਰਾ ਦੀ ਟੀਮ ਫਿਲੌਰ ਪਹੁੰਚੀ ਹੈ। ਮੈਂ ਬਹੁਤ-ਬਹੁਤ ਸਵਾਗਤ ਕਰਦਾ ਕਿ ਤੁਸੀਂ ਫਿਲੌਰ ਫੇਰਾ ਪਾਇਆ। ਇਸ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋ ਸਵਰਨ ਸਿੰਘ ਫਿਲੌਰ ਜੀ, ਇਸ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਆ, ਤੁਸੀਂ ਪੂਰੀ ਤਰ੍ਹਾਂ ਦੇ ਨਾਲ ਪ੍ਰਚਾਰ ਵੀ ਕਰ ਰਹੇ ਹੋਵੋਗੇ ਪਿੰਡਾਂ ਦੇ ਵਿੱਚ। ਕਿਹੋ ਜਿਹਾ ਰਿਸਪੌਂਸ ਆ ਰਿਹਾ ਹੈ? ਦੇਖੋ, ਸਾਡੇ ਲਈ ਕੋਈ ਨਵਾਂ ਨਹੀਂ, ਅਸੀਂ ਤਾਂ ਇਲੈਕਸ਼ਨ ਹੋਣ ਨਾ ਹੋਣ ਅਸੀਂ ਕਦੇ ਵੀ ਪਿੰਡਾਂ 'ਚ ਜਾਣਾ ਆਉਣਾ, ਆਪਣੇ ਲੋਕਾਂ ਨੂੰ ਮਿਲਣਾ ਛੱਡਿਆ ਨਹੀਂ। ਸੋ ਇਸ ਕਰਕੇ ਕੋਈ ਨਵੀਂ ਨਹੀਂ, ਬਹੁਤ ਪਰਮਾਤਮਾ ਦੀ ਕਿਰਪਾ ਨਾਲ 7 ਇਲੈਕਸ਼ਨਸ ਲੜੀਆਂ ਤੇ ਫਿਲੌਰ ਸਾਹਿਬ ਨੇ 6 ਜਿੱਤੀਆਂ। ਤੇ ਉਸੇ ਤਰ੍ਹਾਂ ਹੁਣ ਜੋ 2022 ਦੀ ਇਲੈਕਸ਼ਨ ਹੈ ਤੇ ਮੇਰੇ ਮੋਢਿਆਂ ਤੇ ਭਾਰ ਪਾਇਆ ਹੋਇਆ ਤੇ ਮੈਂ ਕੰਟੈਸਟ ਕਰ ਰਿਹਾ ਤੇ ਬਹੁਤ ਲੋਕਾਂ ਦਾ ਪਿਆਰ ਹੈ, ਉਤਸ਼ਾਹ ਹੈ। ਤੇ ਜਿੱਥੇ ਪਿਛਲੇ 5 ਸਾਲ ਦਾ ਆ ਉਹਦੇ ਮਿਹਣੇ ਵੀ ਹੈ, ਜੋ ਲੋਕਾਂ ਨੇ ਇੱਥੇ ਰਾਜ ਦਿਖਾਇਆ ਆਪਣਾ, ਤੇ ਬਹੁਤ ਅੱਛਾ ਚੱਲ ਰਿਹਾ, ਬਹੁਤ ਵਧੀਆ ਰਿਸਪੌਂਸ ਹੈ। ਅਸੀਂ ਆਪਣੇ ਲੋਕਾਂ 'ਚ ਹੈ, ਲੋਕ ਸਾਡੇ ਨਾਲ ਹੈ ਤੇ ਇੱਕ ਬਹੁਤ ਅੱਛੇ ਰਿਜ਼ਲਟ ਦੀ ਉਡੀਕ ਦੇ ਵਿੱਚ ਫਿਲੌਰ ਹਲਕਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ। 10 ਸਾਲ ਪਿਛਲੇ ਮਿਸ ਹੋ ਗਏ ਦਮਨ ਜੀ, ਤੇ ਕਿੰਨਾ ਕੁ ਫਰਕ ਪੈ ਗਿਆ ਹੈ ਹਲਕੇ ਦੇ ਵਿੱਚ, ਤੇ ਲੋਕਾਂ ਦੀਆਂ ਮੁਸ਼ਕਿਲਾਂ ਕੀ ਨੇ? ਨਹੀਂ, 10 ਸਾਲ ਕੋਈ ਮਿਸ ਨਹੀਂ ਹੋਏ ਇਸ ਤਰ੍ਹਾਂ। ਅਸੀਂ ਤਾਂ ਲੋਕਾਂ ਦੇ ਵਿੱਚ ਪਹਿਲਾਂ ਤੋਂ ਹੀ, ਚਾਹੇ ਸਾਨੂੰ ਸੱਤਾ ਮਿਸ ਹੋ ਗਈ ਨਾ, ਕਿ ਕੰਮ ਕਰਨ ਦਾ ਇੱਕ ਸਿੱਧਾ ਜ਼ਰੀਆ ਹੁੰਦਾ ਹੈ ਸੱਤਾ, ਹੈ ਨਾ, ਤਾਂ ਉਹ ਤਾਂ ਮਿਸ ਹੋ ਗਈ ਨਾ। ਇਹ ਗੱਲ ਠੀਕ ਹੈ ਤੁਹਾਡੀ ਕਿ ਸੱਤਾ ਤੋਂ ਸਾਨੂੰ ਦੂਰ ਰੱਖਿਆ ਗਿਆ, ਕਿਉਂਕਿ ਜਿਵੇਂ ਜਿਵੇਂ
ਬੰਦਾ ਸੀਨੀਅਰ ਹੋ ਜਾਂਦਾ ਤੇ ਫਿਰ ਕਈ ਘਰਾਂ ਨੂੰ ਡਰ ਪੈ ਜਾਂਦਾ ਵੀ ਕਿਤੇ ਹੁਣ ਸਾਡੀ ਕੁਰਸੀ ਵੱਲ ਨੂੰ ਨਾ ਆ ਜਾਏ। ਪਰ ਸੱਤਾ ਤੋਂ ਦੂਰ ਤਾਂ ਕੁਝ ਧਿਰਾਂ ਸਾਨੂੰ ਜਿਹੜੀਆਂ ਸਿਆਸੀ ਧਿਰਾਂ ਜਾਂ ਕੁਝ ਪਰਿਵਾਰ ਕਰ ਸਕਦੇ ਆ, ਪਰ ਲੋਕਾਂ ਤੋਂ ਦੂਰ ਨਹੀਂ ਅਸੀਂ ਹੋਏ। ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਵਸਦੇ ਆ, ਪਹਿਲਾਂ ਵੀ ਵਸਦੇ ਸੀ ਤੇ ਗਾਂ ਵੀ ਵਸਦੇ ਰਹਿਣਾ, ਕਿਉਂਕਿ ਸਾਡਾ ਕੋਈ ਵਪਾਰ ਨਹੀਂ, ਕੋਈ ਧੰਦਾ ਨਹੀਂ ਰਾਜਨੀਤੀ। ਅਸੀਂ ਤਾਂ ਸੇਵਾ ਲਈ ਆਏ ਹਾਂ। 1977 ਤੋਂ 45 ਸਾਲ ਦੀ ਰਾਜਨੀਤੀ ਹੈ ਜਿਹੜੀ ਸੇਵਾ ਦੀ ਹੈ, ਤੇ ਗਾਂ ਵੀ ਪ੍ਰਮਾਤਮਾ ਬਖਸ਼ੇ ਹੀ ਸਾਰਿਆਂ ਨੂੰ ਸਿਹਤਯਾਬੀ ਬਖਸ਼ੇ ਤੇ ਸੇਵਾ ਨਾਲ ਹੀ ਚੱਲਣਾ ਹੈ ਗਾਂ। ਸੋ ਇਹ ਰੁਕਣਾ ਨਹੀਂ ਕਾਫਲਾ। ਠੀਕ ਹੈ, ਸੱਤਾ ਆਉਂਦੀ ਜਾਂਦੀ ਰਹਿੰਦੀ ਹੈ, ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਹੈ, ਪਰ ਜਿਹੜਾ ਆਪਣੇ ਲੋਕਾਂ ਨਾਲ ਖੜਨ ਦਾ ਇੱਕ ਮਜ਼ਾ ਹੈ ਉਹ ਪਹਿਲਾਂ ਵੀ ਆਉਂਦਾ ਸੀ ਤੇ ਹੁਣ ਵੀ ਆਏਗਾ ਤੇ ਗਾਂ ਵੀ ਚਾਲੂ ਰਹੇਗਾ। ਦਮਨ ਜੀ, ਹੁਣ ਤੁਸੀਂ ਪਹਿਲੀ ਵਾਰੀ ਉਮੀਦਵਾਰ ਦੇ ਤੌਰ ਤੋਂ ਇੱਥੋਂ ਖੜੇ ਹੋਏ ਹੋ, ਜਿੱਤਦੇ ਹੋ ਤਾਂ ਸਭ ਤੋਂ ਪਹਿਲਾ ਕੰਮ ਕੀ ਕਰੋਗੇ? ਦੇਖੋ, ਸਭ ਤੋਂ ਪਹਿਲਾ ਕੰਮ ਤਾਂ ਜੋ ਮੇਰੇ ਏਰੀਏ ਦੇ ਵਿੱਚ ਹੈ, ਮੇਰੇ ਫਲੋਰ ਹਲਕੇ ਦੇ ਵਿੱਚ ਹੈ, ਕਿ ਲੋਕ ਸੁਰੱਖਿਅਤ ਨਹੀਂ ਮਹਿਸੂਸ ਕਰ ਰਹੇ ਆਪਣੇ ਆਪ ਨੂੰ। ਲਾਅ ਐਂਡ ਆਰਡਰ ਦੀ ਬਹੁਤ ਪ੍ਰੋਬਲਮ ਹੈ। ਬੀਬੀਆਂ ਘਰੋਂ ਨਿਕਲਣ ਲੱਗੇ ਡਰ ਰਹੀਆਂ, ਕਿਤੇ ਰਿਸ਼ਤੇਦਾਰੀ 'ਚ ਜਾਣਾ ਤਾਂ ਉਹਨਾਂ ਨੂੰ ਡਰ ਲੱਗਦਾ, ਉਹਨਾਂ ਦੀਆਂ ਰਾਹ 'ਚ ਬਾਲੀਆਂ ਖੋਈਆਂ ਜਾ ਰਹੀਆਂ। ਲਾਅ ਐਂਡ ਆਰਡਰ ਦੀ ਸਭ ਤੋਂ ਵੱਡੀ ਸਮੱਸਿਆ ਇਸ ਹਲਕੇ ਦੇ ਵਿੱਚ ਹੈ। 10 ਤੋਂ ਜ਼ਿਆਦਾ ਮਰਡਰ ਹੋ ਚੁੱਕੇ ਹੈ। ਪੁਲਿਸ ਜਿਹੜੀ ਹੈ, ਜਿਹਦਾ ਕੰਮ ਸੀ ਪਿਛਲੇ 5 ਸਾਲਾਂ ਵਿੱਚ ਲੋਕਾਂ ਦੀ ਸੁਰੱਖਿਆ ਕਰਨੀ, ਜਾਨ ਮਾਲ ਦੀ ਸੁਰੱਖਿਆ ਕਰਨੀ, ਉਹ ਕਮਿਸ਼ਨ ਇਕੱਠੀ ਕਰਨ ਤੇ ਰੱਖੀ ਹੋਈ ਸੀ, ਜੋ ਇਸ ਹਲਕੇ ਦੀ ਸਰਪ੍ਰਸਤੀ ਕਰ ਰਹੇ ਸੀ, ਜਿਨ੍ਹਾਂ ਨੇ ਸਹੁੰ ਖਾਧੀ ਹੋਈ ਹੈ ਵੀ ਅਸੀਂ ਸਾਰੀ ਉਮਰ ਨਹੀਂ ਜਿੱਤਣਾ। 20 ਸਾਲ ਤੋਂ ਸਹੁੰ ਨਹੀਂ ਤੋੜੀ ਤੇ ਇਸ ਵਾਰ ਵੀ ਸਹੁੰ ਨਹੀਂ ਤੋੜਨੀ ਉਹਨਾਂ ਨੇ। ਪਰ ਜੋ ਕਾਂਗਰਸ ਦੀ ਸਰਕਾਰ ਆਈ, ਸਰਪ੍ਰਸਤ ਬਣ ਗਏ ਤੇ ਉਸ ਤੋਂ ਬਾਅਦ ਪੁਲਿਸ ਨੂੰ ਲੋਕਾਂ ਦੀ ਸੁਰੱਖਿਆ ਵਾਸਤੇ ਨਹੀਂ ਲਾਇਆ, ਉਹਨਾਂ ਨੂੰ ਦੜੇ ਸੱਟੇ ਲੋਟਰੀਆਂ ਤੋਂ ਕਮਿਸ਼ਨ ਇਕੱਠੀ ਕਰਨ ਵਾਸਤੇ ਲਾਇਆ ਰੱਖਿਆ। ਤੇ ਜਿਹੜੇ ਸਾਡੇ ਮਜ਼ਦੂਰ ਭਰਾ ਸੀ, ਜਦੋਂ ਸ਼ਾਮ ਨੂੰ ਉਹਨਾਂ ਨੇ ਘਰ ਜਾਣਾ ਹੁੰਦਾ ਸੀ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਭੈ ਦਾ ਮਾਹੌਲ ਹੁੰਦਾ ਸੀ, ਇੱਕ ਡਰ ਦਾ ਮਾਹੌਲ ਹੁੰਦਾ ਸੀ ਵੀ ਸਾਨੂੰ ਕੋਈ ਲੁੱਟ ਨਾ ਲਵੇ। ਲੁੱਟਣ ਦੀ ਵੀ ਕੋਈ ਗੱਲ ਨਹੀਂ, ਪਰ ਜਿਹੜਾ ਉਹਨਾਂ ਤੇ ਅਟੈਕ ਕੀਤਾ ਜਾ ਰਿਹਾ ਸੀ, ਉਹਨਾਂ ਨੂੰ ਦਾਤਾਂ ਨਾਲ ਵੱਢਿਆ ਜਾਂਦਾ ਸੀ। ਇਹ ਬਹੁਤ ਵੱਡੀ ਇਸ ਹਲਕੇ ਦੀ ਸਮੱਸਿਆ ਹੈ। ਚਾਹੇ ਅਮੀਰ ਹੋਵੇ ਚਾਹੇ ਗਰੀਬ ਹੋਵੇ, ਉਹਨੂੰ ਇਸ ਡਰ ਦੇ ਮਾਹੌਲ 'ਚੋਂ ਪਹਿਲੇ ਨੰਬਰ 'ਤੇ ਕੱਢਣਾ ਇਸ ਹਲਕੇ ਨੂੰ, ਕਿ ਇੱਕ ਦੁਬਾਰਾ ਸੈਲਫ ਕੌਨਫੀਡੈਂਸ ਦਾ ਰਾਜ ਆ ਸਕੇ। ਇਹ ਮੇਰੀ ਪਹਿਲੀ ਪ੍ਰਾਇਰਟੀ ਰਹੇਗੀ। ਦਮਨਵੀਰ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਮੈਨੂੰ ਕਿ ਤੁਸੀਂ ਲੋਕਾਂ ਦੇ ਵਿੱਚ ਕਿਵੇਂ ਵਿਚਰ ਰਹੇ ਹੋ, ਆਪਣੇ ਪਿਤਾ ਜੀ ਦੇ ਕੀਤੇ ਕੰਮਾਂ ਨੂੰ ਲੈ ਕੇ, ਜਾਂ ਤੁਸੀਂ ਜਿਵੇਂ ਆਵਾਜ਼ ਉਠਾਈ ਆ ਉਹਨੂੰ ਲੈ ਕੇ, ਜਾਂ ਆਪਣੀ ਜਿਹੜੀ ਹੁਣ ਤੁਹਾਡੀ ਪਾਰਟੀ ਹੈ ਬੀਜੇਪੀ ਦੇ ਨਾਲ ਗਠਬੰਧਨ ਹੈ ਉਹਨਾਂ ਦੀ ਸੋਚ ਨੂੰ ਲੈ ਕੇ ਜਾ ਰਹੇ ਹੋ? ਦੇਖੋ, ਜਦੋਂ ਆਪਾਂ ਸੂਬੇ ਦੀ ਤਰੱਕੀ ਚਾਹਣੀ ਹੈ ਨਾ ਜੀ, ਤੇ ਸਾਰੀਆਂ ਗੱਲਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਸੂਬਾ ਇਸ ਵੇਲੇ ਸਾਡਾ ਜਿਹੜਾ ਪੰਜਾਬ ਕਿਤੇ 골ਡਨ ਸਟੇਟ ਹੋਇਆ ਕਰਦਾ ਸੀ, ਅੱਜ ਲੰਗੜਾ ਸੂਬਾ ਬਣ ਕੇ ਰਹਿ ਗਿਆ ਹੈ। ਠੀਕ ਹੈ, ਮਾਫੀਏ ਦੇ ਰੂਪ ਦੇ ਵਿੱਚ ਬਹੁਤ ਸਾਰੇ ਰਾਜਨੀਤਿਕ ਦਲ ਆਏ, ਰਾਜਨੀਤਿਕ ਪਰਿਵਾਰ ਆਏ, ਉਹਨਾਂ ਨੇ ਸਾਡੇ ਸੂਬੇ ਨੂੰ ਜੋਕ ਵਾਂਗੂ ਜਿਹੜਾ ਆ ਨਾ ਚੂਸ ਲਿਆ। ਜਿਹੜਾ ਪੈਸਾ ਜਿਹੜਾ ਆ ਸਾਡਾ ਸਰਕਾਰੀ ਖਜ਼ਾਨਿਆਂ 'ਚ ਜਾਣਾ ਚਾਹੀਦਾ ਸੀ, ਉਹ ਨਿੱਜੀ ਜੇਬਾਂ 'ਚ ਚਲੇ ਗਿਆ। ਟਰਾਂਸਪੋਰਟ ਬਣ ਗਈਆਂ ਵੱਡੀਆਂ, ਹੋਟਲ ਬਣ ਗਏ ਵੱਡੇ, ਸਕੀਮਾਂ ਪਾ ਕੇ ਲੋਕਾਂ ਤੋਂ ਵੋਟਾਂ ਠੱਗ ਲਈਆਂ ਗਈਆਂ। ਪਰ ਜੋ ਸਾਡਾ ਸੂਬਾ ਸੀ, ਜਿਹੜਾ 골ਡਨ ਹੱਸਦਾ ਵਸਦਾ ਪੰਜਾਬ ਸੀ, ਉਹ ਨਹੀਂ ਦਿਖਦਾ, ਉਹ ਨਹੀਂ ਦਿਖਿਆ ਪਿਛਲੇ ਕਿੰਨੇ ਸਾਲਾਂ ਤੋਂ। ਤੇ ਪ੍ਰਾਇਰਟੀ ਇਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਪੰਜਾਬ ਨੂੰ ਫਿਰ ਇੱਕ ਵਾਰ ਨਵਾਂ ਪੰਜਾਬ, ਖੁਸ਼ਹਾਲ ਪੰਜਾਬ, ਨਰੋਆ ਪੰਜਾਬ, ਇੱਕ ਹੱਸਦਾ ਖੇਡਦਾ ਗਿੱਧੇ ਭੰਗੜੇ ਵਾਲਾ ਪੰਜਾਬ ਉਹ ਬਣ ਸਕੇ। ਸੋ ਉਹਦੇ ਲਈ ਲੋਕਾਂ ਦੀ ਵੀ ਮਨ ਦੀ ਇੱਛਾ ਹੈ, ਕਿਉਂਕਿ ਬਹੁਤ ਸਾਰੀਆਂ ਪਾਰਟੀਆਂ ਨੇ ਕਹਿ ਕੇ ਦੇਖ ਲਿਆ, ਘਰ ਰੋਜ਼ਗਾਰ, ਹਰ ਨੂੰ ਨੌਕਰੀ ਮਿਲੇਗੀ, ਨੌਜਵਾਨ ਉਹਦੀ ਵੇਟ ਕਰ ਰਹੇ ਹੈ। ਤੇ ਇੰਡਸਟਰੀ ਜਿਹੜੀ ਹੈ ਉਹ ਸਾਡੀ ਖਤਮ ਹੋਣ ਦੇ ਕਿਨਾਰੇ ਹੈ। ਕਿਸਾਨ ਵੀਰ ਸਾਡੇ ਪਰੇਸ਼ਾਨ ਹੈ, MSP ਨਹੀਂ ਮਿਲ ਰਹੀ, ਕਰਜ਼ਾ ਬਹੁਤ ਹੈ। ਸੋ ਐਸਾ ਪੰਜਾਬ ਜਿਹੜਾ ਇੱਕ ਖੁਸ਼ਹਾਲ ਪੰਜਾਬ ਸੀ, ਉਹਨੂੰ ਬਣਾਉਣ ਵਾਸਤੇ ਇੱਕ ਐਸੀ ਸੋਚ ਜਿਹਦੇ ਨਾਲ ਸੈਂਟਰ ਦੀ ਭਾਈਵਾਲੀ ਵੀ ਸਾਡੇ ਨਾਲ ਹੈ, ਕਿਉਂਕਿ ਉਹ ਤੋਂ ਬਿਨਾਂ ਕੰਮ ਹੀ ਨਹੀਂ ਚੱਲ ਸਕਦਾ। ਸੈਂਟਰ ਤੋਂ ਬਿਨਾਂ ਅਸੀਂ ਮਸਲੇ ਕਿਵੇਂ ਹੱਲ ਕਰਾਂਗੇ? ਤੇ ਭਾਈਵਾਲੀ ਵੀ ਸਾਡੀ ਜਿਹੜੀ ਮੇਰੀ ਪਾਰਟੀ ਹੈ, ਜਿਹਦੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ, ਬਹੁਤ ਪੁਰਾਣੇ ਲੀਡਰ ਨੇ, ਪੰਥ ਪ੍ਰਸਤ ਨੇ, ਇੱਕ ਪੰਜਾਬ ਦੇ ਸਹੀ ਸੋਚ ਵਾਲੇ ਲੀਡਰ ਨੇ। ਉਹਨਾਂ ਨੇ ਭਾਈਵਾਲੀ ਵੀ ਜਿਹੜੀ ਸਾਡੀ ਅਲਾਇੰਸ ਹੈ, ਉਹ ਇਹ ਨਹੀਂ ਕੀਤੀ ਜਿਹੜੀ ਆ ਪਿੱਛੇ ਇੱਕ ਬਾਦਲ ਮਾਫੀਆ ਨੇ ਕੀਤੀ ਸੀ ਵੀ ਪੰਜਾਬ ਖੁਸ਼ਹਾਲ ਹੈ, ਸਾਰਾ ਕੁਝ ਹੀ ਰਹਿਣ ਦਿਓ, ਪੰਜਾਬ ਨੂੰ ਸਭ ਕੁਝ ਠੀਕ ਹੈ, ਨੂੰਹ ਰਾਣੀ ਦੀ ਵਜ਼ੀਰੀ ਦੇ ਦਿਓ। ਸੋ ਸਾਡੀ ਕੋਈ ਵਜ਼ੀਰੀ ਵਾਲੀ ਕੋਈ ਭਾਈਵਾਲਤਾ ਨਹੀਂ। ਸਾਡੀ ਤਾਂ ਪੰਜਾਬ ਨੂੰ ਤਰੱਕੀ ਦੇ ਰਸਤੇ 'ਤੇ ਲਿਆਉਣ ਵਾਸਤੇ, ਬੰਦੀ ਸਿੱਖਾਂ ਦੀ ਰਿਹਾਈ ਵਾਸਤੇ, ਪੰਜਾਬ ਨੂੰ ਇੱਕ ਦੁਬਾਰਾ 골ਡਨ ਸਟੇਟ ਬਣਾਉਣ ਵਾਸਤੇ, ਘਰ ਰੋਜ਼ਗਾਰ ਦੇਣ ਵਾਸਤੇ, ਸੈਂਟਰ ਦੀਆਂ ਸਕੀਮਾਂ ਲਾਗੂ ਕਰਨ ਵਾਸਤੇ, ਇੱਥੋਂ ਚੰਗੇ ਹਸਪਤਾਲ ਬਣਾਉਣ ਵਾਸਤੇ, ਚੰਗੇ ਸਕੂਲ ਬਣਾਉਣ ਵਾਸਤੇ, ਤੇ ਸਭ ਤੋਂ ਵੱਧ ਜਿਹੜੀ ਸਾਡੇ ਸਰਕਾਰੀ ਸਾਰੇ ਹੀ ਡਿਪਾਰਟਮੈਂਟ ਖਾਲੀ ਪਏ ਹੈ, ਕਿਤੇ ਸਾਡੇ ਕੋਲੇ ਕੋਈ ਐਮਪਲੋਇਮੈਂਟ ਹੀ ਨਹੀਂ ਹੈਗੀ। ਕਿਉਂ?
ਕਿਉਂਕਿ ਸਾਡੇ ਕੋਲੇ ਪੈਸਾ ਹੈ ਨਹੀਂ। ਤੁਹਾਡੇ ਤੋਂ ਕੋਈ ਆਈਡੀਆ ਹੈ, ਕੋਈ ਪਾਲਿਸੀਜ਼ ਹੈ ਰੁਜ਼ਗਾਰ ਨੂੰ ਪੈਦਾ ਕਰਨ ਵਾਲੀ? ਦੇਖੋ, ਸਭ ਤੋਂ ਪਹਿਲਾਂ ਪੰਜਾਬ ਆਪਣੇ ਪੈਰਾਂ 'ਤੇ ਖੜਾ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਤੱਕ ਪੰਜਾਬ ਆਪਣੇ ਪੈਰਾਂ 'ਤੇ ਹੀ ਨਹੀਂ ਖੜਾ ਤੇ ਅਸੀਂ ਤਨਖਾਹ ਕਿਹਨੂੰ ਦੇਵਾਂਗੇ? ਸਾਡੇ ਬੱਚੇ ਅੱਜ ਮੈਂ ਕੱਲ ਮੇਰੇ ਕੋਲੋਂ ਇੱਕ ਸਾਡੇ ਪੱਤਰਕਾਰ ਭਾਈ ਭਰਾ ਨੇ ਸਾਡੇ, ਉਹਨਾਂ ਦਾ ਪਿੰਡ ਆ ਗੁੜੇ, ਉਹ ਮੇਰੇ ਕੋਲੇ ਕੱਲ ਆਏ ਤੇ ਗੱਲਾਂ ਬਾਤਾਂ ਚੱਲਣ ਲੱਗ ਗਈਆਂ। ਕਹਿੰਦੇ ਜੀ ਸਾਡੇ, ਮੇਰਾ ਪਿੰਡ ਹੈ ਛੋਟਾ ਜਿਹਾ ਤੇ 20 ਡਿਗਰੀ ਹੈ ਮੇਰੇ ਪਿੰਡ ਦੇ ਬੱਚਿਆਂ ਕੋਲੇ, 20 ਡਿਗਰੀਆਂ, 20 ਬੱਚਿਆਂ ਕੋਲੇ, ਸਾਰਿਆਂ ਕੋਲੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਤੇ ਸਾਰੇ ਨੌਕਰੀ ਦੀ ਤਲਾਸ਼ 'ਚ ਹੈ। ਆਹ ਸਾਡੇ ਪਿੰਡਾਂ ਦਾ ਹਾਲਾਤ ਹੈ। ਗਰੀਬ ਪਰਿਵਾਰਾਂ ਦੇ ਬੱਚੇ ਡਿਗਰੀਆਂ ਵੀ ਲੈ ਲਈਆਂ ਤੇ ਪਰ ਰੋਜ਼ਗਾਰ ਨਹੀਂ ਮਿਲ ਰਿਹਾ। ਕਿਉਂ? ਕਿਉਂਕਿ ਸਾਡੀ ਸਰਕਾਰ ਕੋਲੇ ਪੈਸਾ ਤਨਖਾਹਾਂ ਦੇ ਰੂਪ ਦੇ ਵਿੱਚ ਦੇਣ ਨੂੰ ਕੁਝ ਨਹੀਂ ਹੈਗਾ। ਸਕੂਲ ਤਾਂ ਸਾਡੇ ਬਣੇ ਆ ਪਰ ਮਾਸਟਰ ਹੈ ਨਹੀਂ, ਹਸਪਤਾਲਾਂ 'ਚ ਡਾਕਟਰ ਹੈ ਨਹੀਂ। ਤੇ ਜਿਹੜੇ ਪਿਛਲੇ 30 ਸਾਲ ਸਾਨੂੰ ਵਾਅਦੇ ਕਰਦੇ ਜਿਹੜੇ ਲੋਕ ਕਰਦੇ ਰਹੇ, ਉਹਨਾਂ ਨੇ ਪੰਜਾਬ ਨੂੰ ਦਿੱਤਾ ਕੁਛ ਨਹੀਂ ਲਾਰੇ। ਤੇ ਹੁਣ ਵੀ ਜੇ ਕਿਸੇ ਦੀ ਵੀ ਸਰਕਾਰ ਬਣਾ ਲੈਣ ਪੰਜਾਬੀ, ਮੈਂ ਐਫੀਡੇਵਿਟ ਤੇ ਲਿਖ ਕੇ ਦੇ ਦਿੰਦਾ, ਪੰਜਾਬੀਓ ਕਿਸੇ ਦੀ ਵੀ ਸਰਕਾਰ ਬਣਾ ਲਿਓ, ਜਦੋਂ ਤੱਕ ਸੈਂਟਰ ਦੀ ਭਾਈਵਾਲੀ ਵਾਲੀ ਸਰਕਾਰ ਨਹੀਂ ਬਣਾਓਗੇ, ਤੁਹਾਨੂੰ ਪੰਜਾਬ ਦਾ ਜਿਹੜਾ ਭਲਾ ਆ ਉਹ ਨਹੀਂ ਹੋਣਾ। ਕੋਈ ਇੰਪਲੋਇਮੈਂਟ ਨਹੀਂ ਆਉਣੀ, ਕਿਉਂਕਿ ਸਾਡੇ ਕੋਲੇ ਪੈਸਾ ਹੀ ਨਹੀਂ। ਸਾਡੇ ਕੋਲੇ 3.5 ਲੱਖ ਕਰੋੜ ਦਾ ਕਰਜ਼ਾ ਹੈ। ਬੱਚਾ ਜਨਮ ਤੋਂ ਪਹਿਲਾਂ ਪੰਜਾਬ ਦਾ ਕਰਜ਼ਈ ਹੈ। ਉਹਨੂੰ ਬਚਾਉਣ ਵਾਸਤੇ ਸਾਨੂੰ ਸੈਂਟਰ ਹੀ ਹੈਲਪ ਕਰ ਸਕਦਾ। ਨਹੀਂ ਸਾਡੀ ਹੁਣ ਜਿਹੜੀ ਅਸੀਂ ਆਪ ਜੇ ਕਹਿ ਦਈਏ ਠੀਕ ਹੈ, ਕਹਿੰਦੇ ਆ ਸਾਰੇ ਮੈਂ ਇੰਨੇ 1000 ਰੁਪਈਆ ਬੀਬੀਆਂ ਨੂੰ ਦੇ ਦੂੰਗਾ, ਆਪਣੀਆਂ ਵੋਟਾਂ ਲੈਣ ਵਾਸਤੇ ਪਿਛਲੀ ਵਾਰੀ ਨੌਕਰੀਆਂ ਦਿੰਦੇ ਸੀ, ਹੁਣ ਕੁਝ ਹੋਰ ਲਾਰੇ ਲਾਉਣਗੇ, ਪਰ ਨਹੀਂ, ਸੰਭਵ ਨਹੀਂਗਾ। ਮੈਂ ਤੁਹਾਨੂੰ ਫਿਰ ਦੁਬਾਰਾ ਕਹਿੰਦਾ, ਮੈਂ ਲਿਖ ਕੇ ਦੇ ਸਕਦਾ, ਸੰਭਵ ਨਹੀਂ। ਸੈਂਟਰ ਨੂੰ ਨਾਲ ਲੈਣਾ ਪਏਗਾ, ਸੈਂਟਰ ਦੀਆਂ ਸਕੀਮਾਂ ਲੈਣੀਆਂ ਪੈਣਗੀਆਂ, ਸੈਂਟਰ ਤੋਂ ਫੰਡ ਲੈਣੇ ਪੈਣਗੇ, ਤਾਂ ਹੀ ਪੰਜਾਬ ਦੁਬਾਰਾ ਮੁੜ ਪੈਰਾਂ 'ਤੇ ਖੜਾ ਹੋਏਗਾ। ਫਿਰ ਰੋਜ਼ਗਾਰ ਵੀ ਮਿਲਣਗੇ, ਫਿਰ ਇੰਡਸਟਰੀ ਵੀ ਡਿਵੈਲਪ ਹੋਏਗੀ ਤੇ ਫਿਰ ਕਿਸਾਨੀ ਦੇ ਮੁੱਦੇ ਜਿਹੜੇ ਕਿਸਾਨੀ ਦੇ ਮੁੱਦੇ ਪੈਂਡਿੰਗ ਪਏ ਆ ਉਹ ਵੀ ਹੱਲ ਹੋਣਗੇ ਤੇ ਜਿਹੜਾ ਇੱਕ ਪੰਥ ਪ੍ਰਸਤ ਪੰਜਾਬ, ਖੁਸ਼ਹਾਲ ਪੰਜਾਬ, ਉਹ ਦੁਬਾਰਾ ਬਣ ਸਕੇਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਕਾਫੀ ਲੰਬੇ ਸਮੇਂ ਤੱਕ ਰਹੇ, ਤੁਹਾਡੇ ਫਾਦਰ ਸਾਹਿਬ, ਤੁਸੀਂ ਵੀ ਉਹਨਾਂ ਦੇ ਲਈ ਕਹਿ ਲਓ ਨਾ ਕਿ ਸਾਰਾ ਪ੍ਰਚਾਰ ਕੀਤਾ ਤੇ ਉਹਨਾਂ ਦੇ ਨਾਲ ਹੀ ਰਹੇ ਹੋ। ਕਾਫੀ ਲੰਬੇ ਸਮੇਂ ਦੀ ਸਿਆਸਤ ਹੈ, ਸਿਆਸੀ ਪਰਿਵਾਰ 'ਚੋਂ ਹੋ ਤੁਸੀਂ, ਪਰ ਫਿਰ ਕਾਂਗਰਸ 'ਚ ਗਏ, ਕਾਂਗਰਸ 'ਚੋਂ ਫਿਰ ਹੁਣ ਅਕਾਲੀ ਦਲ ਸੰਯੁਕਤ ਦੇ ਵਿੱਚ ਗਏ। ਇਹ ਇਲਜ਼ਾਮ ਲੱਗਦੇ ਨੇ ਕਿ ਟਿਕਟ ਨਹੀਂ ਮਿਲੀ, ਇਸ ਕਰਕੇ ਤੁਸੀਂ ਪਾਰਟੀ ਬਦਲ ਲਈ। ਇਸ ਦੇ ਉੱਤੇ ਤੁਸੀਂ ਕੀ ਜਵਾਬ ਦੇਣਾ ਚਾਹੋਗੇ? ਨਹੀਂ, ਇਸ ਦੇ ਉੱਤੇ ਤਾਂ ਇਹੀ ਹੈ ਕਿ ਮੈਂ ਪਹਿਲਾਂ ਵੀ ਇੱਕ ਦਿਨ ਆਖਿਆ ਸੀ ਵੀ ਦੈਨਿਕ ਸਵੇਰਾ ਇਹ ਦੱਸੇ ਵੀ ਮੈਨੂੰ ਐਮਐਲਏ ਬਣਨਾ ਦੇਖਣਾ ਚਾਹੁੰਦਾ ਦੈਨਿਕ ਸਵੇਰਾ? ਤੁਸੀਂ ਦੱਸੋ। ਇਹ ਤਾਂ ਲੋਕ ਜਾਣਗੇ ਨਾ। ਨਹੀਂ, ਦੈਨਿਕ ਸਵੇਰਾ ਦਾ ਵੀ ਇੱਕ ਉਹ ਹੋਣਾ ਚਾਹੀਦਾ ਮੇਰੇ ਵਾਸਤੇ। ਜੇ ਤਾਂ ਤੁਸੀਂ ਮੈਨੂੰ ਐਮਐਲਏ ਬਣਨਾ ਦੇਖਣਾ ਚਾਹੁੰਦੇ ਹੋ ਤੇ ਫਿਰ ਟਿਕਟ ਤਾਂ ਕਿਸੇ ਨਾ ਕਿਸੇ ਤੋਂ ਲੜਨਾ ਹੀ ਪੈਣਾ। ਤੇ ਸਭ ਤੋਂ ਵੱਡੀ ਗੱਲ ਹੈ, ਤਾਂ ਲੜਾਈ ਹੈ, ਜੇ ਟਿਕਟ ਹੋਏਗੀ, ਸਿਆਸਤ ਹੋਏਗੀ, ਤਾਂ ਹੀ ਲੜਾਈ ਲੜੀ ਜਾਏਗੀ। ਨਹੀਂ, ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜੇ ਅਸੀਂ ਕਿਸੇ ਦੀ ਸੇਵਾ ਕਰਨੀ ਆ, ਅੰਬੇਡਕਰ ਸਾਹਿਬ ਵੀ ਇਹ ਕਹਿ ਕੇ ਗਏ ਹੈ ਵੀ ਤੁਸੀਂ ਜੇ ਸਮਾਜ ਦੀ ਸੇਵਾ ਵੀ ਕਰਨੀ ਹੈ ਤਾਂ ਤੁਹਾਡੇ ਕੋਲੇ ਰਾਜਨੀਤਿਕ ਸ਼ਕਤੀ ਬਹੁਤ ਜ਼ਰੂਰੀ ਹੈ। ਤੇ ਜੇ ਸਾਡੇ ਕੋਲੇ ਸ਼ਕਤੀ ਨਹੀਂ, ਅਸੀਂ ਕਿਹਦੀ ਸੇਵਾ ਕਰਾਂਗੇ? ਕਿਸ ਨੂੰ ਦਲਦਲ ਚੋਂ, ਗੁਰਬਤ ਦੀ ਦਲਦਲ ਚੋਂ ਕੱਢਾਂਗੇ? ਤੇ ਉਹਦੇ ਲਈ ਰਾਜ ਬਹੁਤ ਜ਼ਰੂਰੀ ਹੈ। ਰਾਜ ਬਿਨਾਂ ਨਾ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਸੋ ਰਾਜ ਲੈਣ ਵਾਸਤੇ ਪਿੰਡ ਦੇ ਵਿੱਚ ਆਉਣਾ ਪਏਗਾ, ਲੋਕਾਂ ਦੀ ਕਚਹਿਰੀ ਦੇ ਵਿੱਚ ਆਉਣਾ ਪਏਗਾ, ਉਹਨਾਂ ਨੂੰ ਫੇਸ ਕਰਨਾ ਪਏਗਾ, ਆਪਣੀਆਂ ਗੱਲਾਂ ਦੱਸਣੀਆਂ ਪੈਣਗੀਆਂ, ਉਹਨਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ। ਸੋ ਉਹਦੇ ਵਿੱਚੋਂ ਇੱਕ ਰਾਜ ਜਿਹੜਾ ਇੱਕ ਇਨਸਾਫ ਦਾ ਰਾਜ ਆ ਉਹ ਨਿਕਲ ਕੇ ਆਏਗਾ। ਉਹਨੂੰ ਦੇਣ ਵਾਸਤੇ, ਲੋਕਾਂ ਦੀ ਡਿਮਾਂਡ ਵਾਸਤੇ, ਇੱਥੋਂ ਜਿਹੜਾ ਮੇਰੇ ਹਲਕੇ ਦੇ ਆ ਜਿਹੜੇ ਚੋਰ ਨੇ, ਇੱਥੇ 2-3 ਇੱਥੇ ਚੋਰਾਂ ਨੇ ਪਿਛਲੇ 5 ਸਾਲ ਬਹੁਤ ਰਾਜ ਕੀਤਾ, ਉਹਨਾਂ ਦੀ ਧੌਣ ਨੱਪਣ ਵਾਸਤੇ ਜਿਹੜੀ ਉਹਨਾਂ ਦੀਆਂ ਚੋਰੀਆਂ ਸੀ, ਜ਼ੁਲਮ ਸੀ, ਸਭ ਤੋਂ ਵੱਧ ਹਲਕਾ ਫਲੌਰ ਜਿਹੜਾ ਲੁੱਟਿਆ ਗਿਆ ਤੇ ਕੁੱਟਿਆ ਗਿਆ, ਉਸ ਲੁੱਟ ਦੀ ਜਿਹੜੀ ਹੈ ਅਸੀਂ ਬਦਲਾ ਲੈਣ ਵਾਸਤੇ ਇਸ ਪਿੰਡ ਦੇ ਵਿੱਚ ਆਏ ਹਾਂ। ਤੇ ਮਹਾਰਾਜ ਸਾਨੂੰ ਉਮੀਦ ਹੈ ਵੀ ਸਾਨੂੰ ਸਫਲਤਾ ਬਖਸ਼ੇਗਾ ਤੇ ਇੱਕ ਦੁਬਾਰਾ ਇਨਸਾਫ ਦਾ ਜਿਹੜਾ ਸੂਰਜ ਹੈ ਉਹ ਫਲੌਰ ਹਲਕੇ ਦੇ ਵਿੱਚ ਬਿਲਕੁਲ ਉਜਾਗਰ ਹੋਏਗਾ। ਸਿਆਸੀ ਲੜਾਈ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਕਿੰਨੀ ਕੁ ਤਿੱਖੀ ਹੈ? ਤੁਹਾਡੇ ਸਾਹਮਣੇ ਜਿਹੜੇ ਲੋਕ ਨੇ ਉਹ ਵੀ ਸਿਆਸਤ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਨੇ, ਨਾਲ ਦੀ ਨਾਲ ਤੁਹਾਡੀ ਲੜਾਈ ਪਹਿਲੀ ਵਾਰ ਆਮੋ ਸਾਹਮਣੇ ਹੋਣ ਜਾ ਰਹੀ ਹੈ। ਕਿਵੇਂ ਦੇਖਦੇ ਹੋ ਕਿ ਕਿਹੜਾ ਉਮੀਦਵਾਰ ਹੈ ਜਿਹੜਾ ਕਿ ਤੁਹਾਨੂੰ ਟਫ ਕੰਪੀਟੀਸ਼ਨ ਦੇ ਸਕਦਾ ਹੈ? ਦੇਖੋ ਜੀ, ਇੱਥੇ ਤਾਂ ਦੁਨੇ 2 ਉਮੀਦਵਾਰ ਹੈ। ਇੱਕ ਤਾਂ ਕਾਂਗਰਸ ਪਾਰਟੀ ਦਾ, ਉਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹਦੀ ਮਜਬੂਰੀ ਹੈ, ਉਹਨੇ ਸਹੁੰ ਖਾਧੀ ਹੋਈ ਹੈ ਵੀ ਅਸੀਂ ਨਹੀਂ ਜਿੱਤਣਾ, ਜਿੰਨੀ ਵਾਰੀ ਮਰਜ਼ੀ ਟਿਕਟ ਦੇ ਦਿਓ। 20 ਸਾਲਾਂ ਤੋਂ ਉਹਨਾਂ ਨੂੰ ਜਿਹੜੀ ਸਹੁੰ ਆ ਉਹ ਪੱਕੀ ਰੱਖੀ ਆ ਵੀ ਅਸੀਂ ਨਹੀਂ ਜਿੱਤਣਾ। ਤੇ ਹੁਣ ਜਿਹੜੇ 5 ਸਾਲ ਚਲੋ ਠੀਕ ਹੈ ਜਿੱਤੇ ਨਹੀਂ, ਜਦੋਂ
ਐਸਾ ਸਮਾਂ ਸੀ 17 ਦਾ ਕਿ ਤੁਸੀਂ ਤਾਂ ਮੇਰੇ ਨਾਲੋਂ ਵੱਧ ਜਾਣਦੇ ਹੋ ਵੀ ਜੇ ਗਧੇ ਨੂੰ ਵੀ ਕਾਂਗਰਸ ਨੇ ਟਿਕਟ ਦੇਤੀ ਉਹ ਵੀ ਜਿੱਤ ਗਿਆ, ਪਰ ਇਹਨਾਂ ਨੇ ਫਿਰ ਸਹੁੰ ਨਹੀਂ ਤੋੜੀ ਤੇ ਗਾਂ ਹੁਣ ਫਿਰ ਮੈਂ ਸਹੁੰ। ਕਹਿ ਰਹੀ ਹਾਂ ਕਿ ਪਿਛਲੀ ਵਾਰ ਤੇ ਸੀਗਾ ਕਿ ਕਾਂਗਰਸ ਦੀ ਬਹੁਤ ਹਵਾ ਸੀ, ਪਰ ਫੇਰ ਵੀ ਸ਼੍ਰੋਮਣੀ ਅਕਾਲੀ ਦਲ ਸੀਟ ਲੈ ਗਈ ਇੱਥੋਂ, ਮੇਰੀ ਬੇਨਤੀ ਹੋਈ ਉਹ ਵੀ ਬਹੁਤ ਘੱਟ ਮਾਰਜਨ ਦੇ ਨਾਲ। ਉਹ ਸਹੁੰ ਖਾਧੀ ਸੀ ਨਾ ਜੀ, ਜਿਹੜੀ ਹੁਣ ਖਾਧੀ ਹੋਈ ਹੈ ਪੱਕੀ ਪਰਿਵਾਰ ਨੇ ਬੈਠ ਕੇ ਸਹੁੰ ਖਾਧੀ ਹੋਈ ਹੈ ਵੀ ਅਸੀਂ ਨਹੀਂ ਜੇ ਜਿੱਤਣਾ, ਜੋ ਮਰਜ਼ੀ ਕਰ ਲਓ। ਸੋ ਇਸ ਕਰਕੇ ਉਹ ਸਹੁੰ ਨਹੀਂ ਤੋੜਦੇ ਪਏ। ਤੋ ਜਿਹੜਾ ਹੁਣ ਰਾਜ ਉਹਨਾਂ ਨੂੰ ਪਿਛਲੇ 5 ਸਾਲ ਮਿਲ ਗਿਆ ਕਿਉਂਕਿ ਕਾਂਗਰਸ ਦੀ ਸਰਕਾਰ ਬਣ ਗਈ, ਸਰਪ੍ਰਸਤੀ ਕੁਦਰਤੀ ਇਹਨਾਂ ਦੇ ਹੱਥ 'ਚ ਆ ਗਈ ਤੇ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ। ਲੋਕ ਬੜੇ ਸਿਆਣੇ ਆ, ਲੋਕ ਦੇਖਣਾ ਚਾਹੁੰਦੇ ਸੀ ਵੀ ਜੇ ਇਹਨਾਂ ਨੂੰ ਕਿਤੇ MLA ਬਣਾ ਦਈਏ ਤਾਂ ਕੀ ਕਰਨਗੇ। ਤੋ ਉਹ ਸਾਰਾ ਚਿਹਰਾ ਨੰਗਾ ਹੋ ਗਿਆ। ਇੱਕੋ ਹੀ ਚੀਜ਼ ਤੇ ਜਿਹੜੀ ਹੈ ਫੋਕਸ ਕੀਤਾ ਗਿਆ, ਟਾਰਗੇਟ ਕੀਤਾ ਗਿਆ ਵੀ ਕਰਪਸ਼ਨ ਨਾਲ ਜੇਬਾਂ ਕਿਵੇਂ ਭਰਨੀਆਂ। ਰੇਤੇ 'ਚੋਂ ਕਰਪਸ਼ਨ, ਜਿਹੜਾ ਸਾਡਾ ਪੈਸਾ ਰੈਵਨਿਊ ਸਰਕਾਰੀ ਖਜ਼ਾਨੇ ਦੇ ਵਿੱਚ ਜਾਣਾ ਚਾਹੀਦਾ ਸੀ, ਉਹਦੇ 'ਚੋਂ 2-2 ਲੱਖ ਰੁਪਈਆ ਕਮਿਸ਼ਨ। ਪਿੰਡਾਂ ਦੇ ਲੋਕ ਕਹਿੰਦੇ ਆ ਮੈਨੂੰ 2-2 ਲੱਖ ਰੁਪਈਆ ਡੇਲੀ, ਸ਼ਾਇਦ ਸਾਡੇ ਗਰੀਬ ਪਰਿਵਾਰਾਂ ਦੀ ਸਾਲ ਦੀ ਕਮਾਈ ਨਾ ਹੋਵੇ 2 ਲੱਖ, ਡੇਲੀ ਖਾਦੇ ਗਏ। ਤੇ ਆ ਜਿਹੜਾ ਇੱਕ ਟਾਈਲਾਂ ਵਾਲਾ ਸਕੈਮ ਹੈ ਜੀ, 2.5 ਰੁਪਏ ਪਰ ਟਾਈਲ, 2.5 ਰੁਪਏ ਪਰ ਟਾਈਲ ਜਿਹੜੀ ਹੈ ਕਮਿਸ਼ਨ ਖਾਧੀ ਗਈ ਹੈ, ਜਿਹੜਾ ਨੈਸ਼ਨਲ ਚੈਨਲਸ ਤੇ ਵੀ ਆਇਆ। ਐਡਾ ਵੱਡਾ ਜਿਹੜਾ ਸਕੈਮ ਹੋਇਆ ਤੇ ਇਸ ਹਲਕੇ ਨੂੰ ਇਹਨਾਂ ਨੇ ਉਸ ਲੈਵਲ ਤੱਕ ਉਜਾਗਰ ਕੀਤਾ। ਫਿਰ ਨਸ਼ੇ ਦੀ ਗੱਲ ਕਰ ਲਈਏ, 10 ਤੋਂ ਵੱਧ ਮਰਡਰ ਨੇ ਜਿਹੜੇ ਹਜੇ ਤੱਕ ਟਰੇਸਡ ਨਹੀਂ ਹੋਏ, ਔਰ ਗਰੀਬ ਪਰਿਵਾਰਾਂ ਦੇ ਮਰਡਰ ਹੈ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਗੱਲ ਕਰ ਰਹੇ ਹਾਂ, ਕਈ ਪਾਰਟੀਆਂ ਦੇ ਗਰੀਬ ਵਰਕਰਾਂ ਦੇ ਵੀ ਮਰਡਰ ਹੋਏ ਆ ਜਿਹੜੇ ਕਿ ਹਜੇ ਤੱਕ ਟਰੇਸ ਨਹੀਂ ਹੋਏ। ਸੋ ਐਸਾ ਰਾਜ ਦਿਖਾਇਆ ਇਹਨਾਂ ਨੇ ਜਿਹੜਾ ਫਲੋਰ ਹਲਕਾ ਹੁਣੇ ਕਹਿੰਦਾ ਵੀ ਇਹਨਾਂ ਨੂੰ ਨਹੀਂ, ਕੋਸ਼ਿਸ਼ ਹੋ ਜੇ ਨਹੀਂ ਜਿੱਤ ਸਕਦੇ। ਤੇ ਦੂਜੀ ਗੱਲ, ਜਿਹੜਾ ਦੂਜਾ ਉਮੀਦਵਾਰ ਆ ਬਾਦਲ ਕੰਪਨੀ ਜਿਹਨੂੰ ਕਹਿੰਦੇ ਆਪਾਂ, ਹੁਣ ਅਕਾਲੀ ਦਲ ਤਾਂ ਰਿਹਾ ਨਹੀਂ ਜੀ, ਕਿਉਂਕਿ ਅਕਾਲੀ ਦਲ ਤਾਂ ਬਹੁਤ ਵੱਡੀ ਪਾਰਟੀ ਹੈ, ਉਹਦੇ ਬੜੇ ਵੱਡੇ ਸਿਧਾਂਤ ਸੀ, ਉਹਦੀ ਇੱਕ ਆਈਡੀਓਲੋਜੀ ਸੀ, ਉਹਦੇ ਪ੍ਰਿੰਸੀਪਲਸ ਸੀਗੇ, ਬਹੁਤ ਵੱਡੀਆਂ ਸ਼ਹਾਦਤਾਂ ਦੇ ਕੇ ਅਕਾਲੀ ਦਲ ਦੀ ਨੀਂਹ ਰੱਖੀ ਗਈ ਸੀ। ਪਰ ਉਹ ਅਕਾਲੀ ਦਲ ਤਾਂ ਰਿਹਾ ਨਹੀਂ। ਉਹਨਾਂ ਨੇ ਤਾਂ ਇੱਕੋ ਹੀ ਟਾਰਗੇਟ ਰੱਖਿਆ ਕਿ ਮੈਂ ਬੱਸਾਂ ਬਣਾਉਣੀਆਂ, ਮੈਂ ਹੋਟਲ ਬਣਾਉਣੇ ਆ। ਪਹਿਲਾਂ ਹੁੰਦਾ ਸੀ ਪੰਥ ਵਸੇ ਮੈਂ ਉਜਣਾ, ਹੁਣ ਉਹ ਬਾਦਲ ਕਹਿੰਦੇ ਵੀ ਬਾਦਲ ਵਸ ਜਾਣ, ਬਾਕੀ ਸਾਰਾ ਕੁਝ ਉੱਜੜਦਾ ਉੱਜੜ ਜਾਵੇ। ਸੋ ਉਹਦਾ ਕੈਂਡੀਡੇਟ ਹੈ ਜਿਹੜਾ ਇੱਥੇ ਸਾਡੇ, ਉਹ ਮੈਂ ਤਾਂ ਉਹਨੂੰ ਕਈ ਵਾਰੀ ਕਹਿਣਾ ਹੁੰਦਾ, ਨਾ ਅਕਲੋਂ ਅਕਾਲੀ ਤੇ ਨਾ ਸ਼ਕਲੋਂ ਅਕਾਲੀ, ਦੋਨਾਂ ਪਾਸਿਓਂ ਅਕਾਲੀ ਨਹੀਂ ਗਾ। ਸੋ 5 ਸਾਲ ਚੁੱਪ ਕਰਕੇ ਸੁੱਤਾ ਰਿਹਾ। ਸਰਕਾਰੀ ਗੱਡੀ ਮਿਲ ਗਈ ਜੀ, ਤੇ ਸਰਕਾਰੀ ਗੱਡੀ ਲੈ ਕੇ ਵਿਧਾਨ ਸਭਾ 'ਚ ਜਾ ਕੇ ਸੌਂ ਜਾਂਦਾ ਸੀ। ਇੱਕ ਵੀ ਸਵਾਲ ਮੈਂ ਤੁਹਾਡੇ ਚੈਨਲ ਦੇ ਰਾਹੀਂ ਉਹਨੂੰ ਫਿਰ ਮੈਂ ਚੈਲੰਜ, ਤੁਹਾਡੇ ਚੈਨਲ ਦੇ ਰਾਹੀਂ ਫਿਰ ਉਹਨੂੰ ਚੈਲੰਜ ਕਰਦਾ ਕਿ ਉਹ ਇੱਕ ਸਵਾਲ ਵਿਧਾਨ ਸਭਾ 'ਚ ਦੱਸ ਦੇਵੇ ਬਈ ਉਹਨੇ ਫਲੋਰ ਹਲਕੇ ਦੇ ਲੋਕਾਂ ਦੇ ਲਈ ਰਿਕਾਰਡ 'ਚ ਹੁੰਦੇ ਆ ਵਿਧਾਨ ਸਭਾ ਦੇ ਸਵਾਲ, ਤੁਹਾਨੂੰ ਪਤਾ ਵੀ ਇੱਕ ਸਵਾਲ ਫਲੋਰ ਹਲਕੇ ਦੇ ਲੋਕਾਂ ਲਈ ਚੁੱਕਿਆ ਹੋਵੇ, ਮੈਂ ਚਲਦੀ ਇਲੈਕਸ਼ਨ ਹੀ ਛੱਡ ਦਿੰਦਾ, ਉਹਨੂੰ ਹੀ ਮੰਨ ਲੈਂਦੇ MLA। ਇੱਕ ਵੀ ਸਵਾਲ ਕੀ ਸਾਡਾ ਫਲੋਰ ਹਲਕਾ ਖੁਸ਼ਹਾਲ ਸੀ? 5 ਸਾਲ ਕੋਈ ਮਾਫੀਆ ਨਹੀਂ ਸੀ ਇੱਥੇ। ਬੜੀ ਵੱਡੀ ਸਟੇਟਮੈਂਟ ਦਿੱਤੀ ਹੈ ਤੁਸੀਂ। ਮੇਰੀ ਕੋਈ ਸਟੇਟਮੈਂਟ ਹੀ ਨਹੀਂ ਛੋਟੀ, ਕਿਉਂਕਿ ਮੈਂ ਤਾਂ ਲੋਕਾਂ ਦੀ ਗੱਲ ਬਚਾਉਣਾ। ਮੈਂ ਤਾਂ ਲੋਕਾਂ ਦੀ ਗੱਲ ਕਰਦਾ। ਮੈਨੂੰ ਕੀ ਫਰਕ ਹੈ, ਦਮਨਵੀਰ ਸਿੰਘ ਫਲੋਰ ਤਾਂ ਗਾਂ ਵੀ ਉਹੋ ਜਿਹਾ ਹੀ ਰਹਿਣਾ। ਤੇ ਪਰ ਲੋਕ ਕੁੱਟੇ ਜਾ ਰਹੇ ਸੀ, ਸਾਡੇ ਲੋਕ ਲੁੱਟੇ ਜਾ ਰਹੇ ਸੀ। ਤੇ ਉਸ ਵੇਲੇ ਲੋਕ ਆਂਦੇ ਸੀ ਇੱਦਾਂ ਸ਼ਿਕਾਇਤਾਂ ਲੈ ਕੇ, ਜੇ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਤੁਹਾਡੇ ਕੋਲ? ਬੀਬੀ ਜੀ ਤੁਸੀਂ ਹੁਣ ਇਹ ਦੇਖੋ ਵੀ ਇੱਥੇ ਇੱਕ ਜੋਤੀ ਹੈ, ਮੈਨੂੰ ਹੁਣ ਆ ਗਿਆ ਯਾਦ, ਉਸ ਬੀਬੀ ਨੇ ਉਹਨੂੰ ਮੇਲ ਪੁਲਿਸ ਆਫੀਸਰਸ ਨੇ ਕੁੱਟਿਆ, ਹਾਲਾਂਕਿ ਉਹ ਬਹੁਜਨ ਸਮਾਜ ਪਾਰਟੀ BSP ਦੀ ਵਰਕਰ ਸੀ, ਤੇ ਉਹਦੀ ਆਵਾਜ਼ ਵੀ ਚੱਕੀ। ਇੱਕ ਇੱਥੇ ਸਾਡੇ ਬੀਬੀ ਆ ਦਰਸ਼ਨਾ, ਰਿਜ਼ਰਵ ਕੈਟੇਗਰੀ ਤੋਂ ਆਉਂਦੀ ਹੈ, 5000 ਆਬਾਦੀ ਹੈ, ਉਸ ਪਿੰਡ ਦੀ ਸਰਪੰਚ ਹੈ। ਜਦੋਂ ਉਹ ਤੋਂ ਕਮਿਸ਼ਨ ਮੰਗਿਆ ਗਿਆ ਉਹਨੇ ਨਾ ਕਰ ਦਿੱਤੀ, ਫਿਰ ਉਹਨੂੰ ਸਸਪੈਂਡ ਕਰਾਇਆ ਗਿਆ, ਫਿਰ ਉਹਨੂੰ ਕੀ ਕਹਿੰਦੇ ਆ ਉਹਨੂੰ ਤਸੀਹੇ ਦਿੱਤੇ ਗਏ, ਉਹਦੇ ਤੇ ਪਰਚਾ ਵੀ ਕਰਾਇਆ ਗਿਆ। 1 ਮਹੀਨਾ ਉਹ ਬੀਬੀ, ਇਹਨਾਂ ਦੀ ਪਾਰਟੀ ਦੀ ਬੀਬੀ ਸੀਗੀ, 1 ਮਹੀਨਾ ਹਸਪਤਾਲ 'ਚ ਰਹਿ ਕੇ ਆਈ ਹੈ, ਰਿਕਾਰਡ 'ਚ ਦੇਖ ਲਓ। ਤੇ ਨਾ ਤਾਂ ਜਿਹੜਾ ਕਰਾਉਣ ਵਾਲਾ ਸੀ ਉਹ ਤਾਂ ਕਰ ਰਿਹਾ ਸੀ, ਤੇ ਜਿਹੜਾ MLA ਜਿਹਨੂੰ ਵਿਸ਼ਵਾਸ ਕਰਕੇ ਬਣਾਇਆ ਸੀ ਨਕਲੀ ਅਕਾਲੀ, ਉਹ ਬੈਠਾ ਆਰਾਮ ਨਾਲ ਸੁੱਤਾ ਪਿਆ ਸੀ, ਕਿਸੇ ਨੇ ਆਵਾਜ਼ ਨਹੀਂ ਚੱਕੀ। ਤੇ ਉਸ ਵੇਲੇ ਉਸ ਬੀਬੀ ਨੇ ਆ ਜਿਹੜਾ ਹੁਣ ਨਾ ਆਹ ਖੇਡਦੇ ਪਏ ਆ ਇੱਕ, ਚਲੋ ਇੱਥੇ ਅਸੀਂ ਤਾਂ ਪੰਜਾਬ 'ਚ ਕੋਈ ਇੱਦਾਂ ਦਾ ਭੇਦਭਾਵ ਨਹੀਂ ਕਰਦੇ, ਕਿਉਂਕਿ ਇੱਥੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਫਿਲਾਸਫੀ ਚੱਲਦੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ। ਪਰ ਇਹ ਜਿਹੜੀਆਂ ਸਿਆਸੀ ਪਾਰਟੀਆਂ ਕਈ ਵਾਰੀ ਸਾਨੂੰ ਵੰਡ ਦਿੰਦੀਆਂ। ਆ ਦਲਿਤ ਕਾਰਡ ਜਿਹੜਾ ਖੇਡਣ ਲੱਗੇ ਹੈ ਕਿ ਚੰਨੀ ਬਣਾਉਣਾ ਜੀ ਦਲਿਤ CM, ਤੇ ਇਸ ਚੰਨੀ ਨੂੰ ਜਿਹੜਾ 10 ਕਰੋੜੀ ਚੰਨੀ ਹੈ ਸਾਡਾ, ਇਹਨੂੰ ਉਸ ਵੇਲੇ ਉਸ ਸਰਪੰਚ ਨੇ, ਉਹ ਵੀ ਰਿਜ਼ਰਵ ਕੈਟੇਗਰੀ ਦੀ ਸਰਪੰਚ ਸੀ, ਉਹਨੇ ਲਿਖੀ ਚਿੱਠੀ
ਵੀ ਚੰਨੀ ਸਾਹਿਬ 10 ਕਰੋੜੀ ਚੰਨੀ ਸਾਹਿਬ ਮੈਂ ਬਹੁਤ ਪਰੇਸ਼ਾਨ ਹਾਂ, ਮੈਂ ਹਸਪਤਾਲ 'ਚ ਹਾਂ ਅਤੇ ਇਸ ਮਾਫੀਆ ਨੇ ਮੈਨੂੰ ਤੰਗ ਕੀਤਾ ਹੋਇਆ, ਤੁਹਾਡੇ MP ਨੇ ਤੰਗ ਕੀਤਾ ਹੋਇਆ। ਅਤੇ ਉਸ ਚੰਨੀ ਨੇ ਇੱਕ ਵੀ ਜਵਾਬ ਨਹੀਂ ਦਿੱਤਾ ਉਹਦੀ ਚਿੱਠੀ ਦਾ। ਜਵਾਬ ਦੇਣਾ ਵੀ ਵਾਜਬ ਨਹੀਂ ਸਮਝਿਆ ਕਿ ਉਹ ਰਿਜ਼ਰਵ ਕੈਟੇਗਰੀ ਤੋਂ ਲੇਡੀ ਨਹੀਂ ਸੀ। ਫਿਰ ਕਾਹਦੀ ਤੁਹਾਡੀ ਦਲਿਤਾਂ ਦੀ ਰਾਜਨੀਤੀ? ਵੋਟਾਂ ਲੈਣ ਵਾਸਤੇ? ਆ ਮਹਿੰਦਰ ਸਿੰਘ KP ਬਹੁਤ ਪੁਰਾਣੇ ਕਾਂਗਰਸ ਦੇ ਲੀਡਰ ਸੀ। ਉਹਨਾਂ ਦੇ ਫਾਦਰ ਸਾਹਿਬ ਨੇ ਆਪਣੀ ਜਾਨ ਤੱਕ ਦੇ ਦਿੱਤੀ ਹੈ, ਕਾਂਗਰਸ ਵਾਸਤੇ ਹੀ ਦਿੱਤੀ ਸੀ। ਕੀ ਉਹ ਦਲਿਤ ਨਹੀਂ ਸੀ? ਠੀਕ ਹੈ, ਟਿਕਟ ਤੋਂ ਮਨਾ ਕਰਨਾ ਹੁੰਦਾ, ਇੱਕ ਤਰੀਕੇ ਨਾਲ ਮਨਾ ਕਰਨਾ ਹੁੰਦਾ, ਪਰ ਉਹਨੂੰ ਲਾਸਟ ਮਿੰਟ ਤੱਕ ਜਲੀਲ ਕੀਤਾ ਗਿਆ। ਇੱਕ ਬਜ਼ੁਰਗ ਬੰਦੇ ਨੂੰ, ਦਲਿਤ ਪਰਿਵਾਰ 'ਚੋਂ ਉੱਠੇ ਬੰਦੇ ਨੂੰ, ਜਿਹਨੇ ਉਸ ਪਾਰਟੀ ਵਾਸਤੇ ਆਪਣਾ ਫਾਦਰ ਹੀ ਦੇ ਦਿੱਤਾ, ਉਹਨੂੰ ਜਲੀਲ ਕਰਤਾ ਇਹਨਾਂ ਨੇ। ਤੇ ਫਿਰ ਕਿਹੜੇ ਦਲਿਤਾਂ ਦੀ ਗੱਲ ਕਰਦੇ ਆ? ਸੋ ਇਹ ਕਾਂਗਰਸ ਪਾਰਟੀ ਨੇ ਸਾਨੂੰ ਉਜਾੜ ਕੇ ਰੱਖ ਦਿੱਤਾ। ਸੋ ਐਸੀਆਂ ਲੋਕਾਂ ਦੀਆਂ ਗੱਲਾਂ ਜਿਹੜੀਆਂ ਇਹ ਕੌਣ ਚੱਕੇਗਾ ਜੇ ਅਸੀਂ ਨਹੀਂ ਚੱਕਾਂਗੇ। ਸੋ ਇਸ ਕਰਕੇ ਪਹਿਲਾਂ ਵੀ ਚੱਕਦੇ ਰਹੇ ਹਾਂ, ਹੁਣ ਵੀ ਚੱਕ ਰਹੇ ਹਾਂ, ਅਤੇ ਜਿੱਤਾਂ ਹਾਰਾਂ ਮਹਾਰਾਜ ਦੇ ਹੱਥ 'ਚ, ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ। ਗਾਂ ਵੀ ਇਸੇ ਤਰ੍ਹਾਂ ਜਿਹੜੀ ਲੜਾਈ ਹੈ ਇਹਨਾਂ ਦੇ ਖਿਲਾਫ ਚੱਲਦੀ ਰਹੇਗੀ। ਬੜੇ ਬੇਬਾਕ ਹੋ ਕੇ ਤੁਸੀਂ ਬੋਲਦੇ ਹੋ। ਕਾਂਗਰਸ ਪਾਰਟੀ 'ਚ ਹੁੰਦੇ ਹੋਏ ਵੀ ਉਹਨਾਂ ਦੇ ਹੀ MP ਤੇ ਤੁਸੀਂ ਮਾਈਨਿੰਗ ਦਾ ਲਗਾਇਆ ਸੀ ਦੋਸ਼ ਕਿ ਇਹ ਮਾਈਨਿੰਗ ਹੋ ਰਹੀ ਹੈ, ਪਿੱਛੇ ਉਹਨਾਂ ਦੇ ਹੀ ਕ੍ਰਸ਼ਰ ਜਿਹੜੇ ਨੇ ਉਹ ਲੱਗੇ ਹੋਏ ਨੇ। ਕਿਤੇ ਇਹ ਕਾਰਨ ਤਾਂ ਨਹੀਂ ਬਣ ਗਿਆ ਕਿ ਕਾਂਗਰਸ 'ਚੋਂ ਤੁਹਾਨੂੰ ਸੀਟ ਨਹੀਂ ਦਿੱਤੀ ਗਈ? ਦੇਖੋ, ਜਦੋਂ ਪਹਿਲੀ ਲਿਸਟ ਆਈ ਨਾ ਜੀ ਕਾਂਗਰਸ ਦੀ 84 ਬੰਦਿਆਂ ਦੀ, ਉਸੇ ਦਿਨ ਲਿਸਟ ਦੇ ਵਿੱਚ ਨਾ ਜੀ ਸਭ ਤੋਂ ਵੱਡੇ ਜਿਹੜੇ ਸਾਡੇ ਕਾਂਗਰਸ ਦੇ ਪ੍ਰਧਾਨ ਸੀਗੇ ਸਰਦਾਰ ਨਵਜੋਤ ਸਿੰਘ ਸਿੱਧੂ, ਉਹਨਾਂ ਦੇ ਪੰਜਾਬ ਮਾਡਲ ਦਾ ਦੀਵਾ ਸੀ ਜਿਹੜਾ ਨਾ ਜੀ, ਉਹ ਫੜਫੜਾਉਂਦਾ ਹੋਇਆ ਜਗਣ ਤੋਂ ਪਹਿਲਾਂ ਹੀ ਬੁਝ ਗਿਆ ਸੀ। ਕਿਉਂਕਿ ਸਾਰੇ ਟਿਕਟਾਂ ਦੇ ਵਿੱਚ ਤਾਂ ਹੈ ਹੀ ਚੋਰ ਸਨ। ਠੀਕ ਹੈ ਜੀ। ਹੁਣ ਚੋਰਾਂ ਦੇ ਸਿਰ ਤੇ ਪੰਜਾਬ ਮਾਡਲ ਕਿਵੇਂ ਬਣਾਇਆ ਜਾ ਸਕਦਾ ਹੈ, ਮੈਨੂੰ ਇਹ ਦੱਸੋ ਪਹਿਲਾਂ। ਚੋਰਾਂ ਦੇ ਸਿਰ ਤੇ ਤਾਂ ਕੋਈ ਪੰਜਾਬ ਮਾਡਲ ਨਹੀਂ ਬਣ ਸਕਦਾ। ਕੋਈ ਰੇਤਾ ਚੋਰ, ਕੋਈ ਟਾਈਲ ਚੋਰ, ਕੋਈ ਲਿੱਕਰ ਮਾਫੀਆ, ਕੋਈ ਸੈਂਡ, ਕੋਈ ਗ੍ਰੈਵਲ, ਕੋਈ ਚੀਜ਼ ਹੈ ਹੀ ਨਹੀਂ ਸੀ ਛੱਡੀ। ਤੇ ਫਿਰ ਜੇ ਲੋਕ ਸਿਆਣੇ ਆ ਜੀ, ਲੋਕਾਂ ਨੇ ਚੋਰਾਂ ਦੇ ਸਿਰ ਤੇ ਤਾਂ ਪੰਜਾਬ ਮਾਡਲ ਬਣ ਨਹੀਂ ਦੇਣਾ। ਸੋ ਇਸ ਵੇਲੇ ਜਿਹੜੇ ਹਾਲਾਤ ਹੈ ਉਹ ਕਾਂਗਰਸ ਲਈ ਬਹੁਤ ਮਾੜੇ ਹੈ। ਤੇ ਮੈਂ ਨਹੀਂ ਸਮਝਦਾ ਵੀ ਕਾਂਗਰਸ ਕਿਤੇ ਅਗਲੇ 15 ਸਾਲ ਤੱਕ ਵੀ ਉੱਠ ਪਾਏਗੀ, ਕਿਉਂਕਿ ਆ ਲੀਡਰ ਜਿਹੜੇ ਸਨ, ਜਿਹੜੇ ਸਾਡੇ ਇੱਥੋਂ ਬਣਾਏ ਹੋਏ ਆ, ਧੱਕੇ ਨਾਲ ਥੋਪੇ ਹੋਏ ਆ। ਕਿਉਂਕਿ ਮੇਰੇ ਦਿਮਾਗ 'ਚ ਹੋਰ ਗੱਲ ਆ ਗਈ, ਕਾਂਗਰਸ ਨੇ 1992 ਤੋਂ ਲੈ ਕੇ 2022 ਤੱਕ ਫਿਲੌਰ ਹਲਕੇ ਦੇ ਕਿਸੇ ਕਾਂਗਰਸ ਵਰਕਰ ਨੂੰ ਇਸ ਯੋਗ ਨਹੀਂ ਸਮਝਿਆ ਵੀ ਉਹ ਟਿਕਟ ਦਾ ਹੱਕਦਾਰ ਹੋਵੇ ਫਿਲੌਰ 'ਚ। ਕੀ ਕਾਂਗਰਸੀ ਫਿਲੌਰ ਦੇ ਕਾਂਗਰਸ ਉਹਨਾਂ ਨੂੰ ਕਾਂਗਰਸੀ ਨਹੀਂ ਸਮਝਦੀ? ਕੀ ਉਹ ਕਾਂਗਰਸੀ ਹੈ ਨਹੀਂ ਹਨ ਉਹ? ਸੋ ਆਹ ਹਾਲਾਤ ਹੈ। ਇਹ ਅਹਿਮਦ ਸ਼ਾਹ ਅਬਦਾਲੀ ਦਿੱਤਾ ਹੋਇਆ ਸਾਨੂੰ ਕਰਤਾਰਪੁਰੋਂ ਲਿਆ ਕੇ, ਜਿਹੜਾ ਅਹਿਮਦ ਸ਼ਾਹ ਅਬਦਾਲੀ ਜਿਵੇਂ ਪੰਜਾਬ ਨੂੰ ਲੁੱਟਿਆ ਕਰਦਾ ਸੀ, ਉਵੇਂ ਆ ਕੇ ਫਿਲੌਰ ਨੂੰ ਲੁੱਟ ਰਿਹਾ। ਸੋ ਸਾਨੂੰ ਕੀ ਫਰਕ ਹੈ? ਅਸੀਂ ਤਾਂ ਪਹਿਲਾਂ ਵੀ ਆਵਾਜ਼ ਚੱਕਦੇ ਸੀ, ਗਾਂ ਵੀ ਚੱਕਣੀ ਹੈ, ਹੁਣ ਵੀ ਚੱਕ ਰਹੇ ਹਾਂ। ਸੋ ਇਹ ਤਾਂ ਬਦਕਿਸਮਤੀ ਕਾਂਗਰਸ ਦੀ ਹੈ। ਜੇ ਕਿਤੇ ਸਾਨੂੰ ਟਿਕਟ ਦੇ ਦਿੰਦੇ ਅਸੀਂ ਬਹੁਤ ਵਧੀਆ ਜਿੱਤ ਜਾਂਦੇ, ਉਹਨਾਂ ਦੀ ਝੋਲੀ ਟਿਕਟ ਪੈ ਜਾਂਦੀ। ਪਰ ਮੈਂ ਇਸ ਵਿੱਚ ਬਹੁਤ ਖੁਸ਼ ਹਾਂ ਵੀ ਚੋਰਾਂ ਦੀ ਪਾਰਟੀ 'ਚੋਂ ਨਿਕਲੇ, ਵਧੀਆ ਲੋਕਾਂ ਦੀ ਸੇਵਾ ਵਾਲੀ ਪਾਰਟੀ, ਪੰਥ ਪ੍ਰਸਤ ਪਾਰਟੀ, ਉਹ ਪਾਰਟੀ ਜਿਹਨੇ ਪੰਜਾਬ ਦੇ ਹੱਕਾਂ ਲਈ ਹਮੇਸ਼ਾ ਮੋਰਚੇ ਲਾਏ ਹੈ, ਸ਼੍ਰੋਮਣੀ ਅਕਾਲੀ ਦਲ, ਜਿਹਨੇ ਗਰੀਬਾਂ ਦੇ ਹੱਕਾਂ ਵਾਸਤੇ ਮੋਰਚੇ ਲਾਏ ਹੈ, ਅੰਗਰੇਜ਼ਾਂ ਦੀ ਹਕੂਮਤ ਦੇ ਖਿਲਾਫ ਪਾਣੀ ਦੇ ਪੰਜਾਬ ਦੇ ਪਾਣੀਆਂ ਦੇ ਹੱਕ ਦੇ ਵਿੱਚ, ਕਿਸਾਨੀ ਦੇ ਹੱਕ ਦੇ ਵਿੱਚ ਪੰਥ ਪ੍ਰਸਤੀ ਲਈ ਮੋਰਚੇ ਲਾਏ ਆ ਸ਼੍ਰੋਮਣੀ ਅਕਾਲੀ ਦਲ। ਉਹ ਪਾਰਟੀ ਦੇ ਵਿੱਚ, ਆਪਣੀ ਮਾਂ ਪਾਰਟੀ ਦੇ ਵਿੱਚ ਦੁਬਾਰਾ ਆਏ ਆ। ਸੋ ਪ੍ਰਮਾਤਮਾ ਕਿਰਪਾ ਕਰੇ, ਸ਼ਕਤੀ ਦੇਵੇ, ਮਹਾਰਾਜ ਅਗਵਾਈ ਕਰਨ। ਸੋ ਬਹੁਤ ਖੁਸ਼ ਹੈ, ਮਨ ਬੜਾ ਖੁਸ਼ ਹੈ ਅਤੇ ਲੋਕਾਂ ਦਾ ਬਹੁਤ ਸਾਥ ਹੈ। ਸਭ ਤੋਂ ਵੱਡੀ ਗੱਲ ਹੁੰਦੀ, ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ। ਅਤੇ ਜਿਹੜੀਆਂ ਆਉਣ ਵਾਲੀਆਂ ਲੜਾਈਆਂ ਲੋਕਾਂ ਨੇ ਉਹਦੇ ਲਈ ਮਨ ਬਣਾ ਲਏ ਹੈ। ਅਤੇ ਆਉਣ ਵਾਲਾ ਜਿਹੜਾ ਸਮਾਂ ਉਹ ਇਸੇ ਗਠਬੰਧਨ ਦਾ, ਜਿਹਦੇ ਵਿੱਚ ਸਾਡੀ ਪਾਰਟੀ ਹੈ, ਜਿਹਦੇ ਵਿੱਚ ਭਾਜਪਾ ਹੈ, PLC ਹੈ, ਅਤੇ ਇਸੇ ਗਠਬੰਧਨ ਨੇ ਪੰਜਾਬ ਦੀ ਤਰੱਕੀ ਕਰਨੀ ਹੈ, ਪੰਜਾਬ ਨੂੰ ਖੁਸ਼ਹਾਲ ਬਣਾਉਣਾ ਹੈ। ਗਠਬੰਧਨ ਦੀ ਗੱਲ ਕੀਤੀ ਤੁਸੀਂ, ਤੇ ਜੇਕਰ ਤੁਸੀਂ ਇਸ ਸੀਟ ਤੋਂ ਜਿੱਤਦੇ ਹੋ ਤਾਂ ਕੀ ਸੈਂਟਰ ਦੀ ਕੋਈ ਸਕੀਮ ਜਿਹੜੀ ਹੋਵੇ ਆਪਣੇ ਹਲਕੇ ਦੇ ਲਈ ਤੁਸੀਂ ਲੈ ਕੇ ਆਉਂਗੇ? ਮੈਂ ਨਾ ਜੀ ਪਰਸੋਂ ਇੱਕ ਪਿੰਡ ਹੈ ਸਾਡੇ ਜੀ, ਅਤੇ ਮੈਂ ਉੱਥੇ ਗਿਆ ਅਤੇ ਮੈਨੂੰ ਕਹਿੰਦੇ ਜੀ ਆਹ ਕਾਰਡ ਬਣਾ ਤੇ ਤੁਸੀਂ, ਆਯੁਸ਼ਮਾਨ ਕਾਰਡ, ਹੈਲਥ ਕਾਰਡ ਜਿਹਨੂੰ ਕਹਿੰਦੇ ਆ, ਅਤੇ ਇਹ ਕਾਰਡ ਤਾਂ ਜੀ ਸੈਂਟਰ ਨੇ ਬਣਾਇਆ, ਸਾਡਾ ਇਲਾਜ ਨਹੀਂ ਹੁੰਦਾ। ਮੈਂ ਫਿਰ ਉਹਨਾਂ ਨੂੰ ਗੱਲ ਸਮਝਾਈ ਵੀ ਇਲਾਜ ਕਰਾਉਣ ਵਾਸਤੇ ਜਿਹੜੇ ਹਸਪਤਾਲ ਹੈ ਉਹ ਤਾਂ ਸਾਡੀ ਸਟੇਟ ਗੌਰਮੈਂਟ ਨੇ ਬਣਾਉਣੇ ਸੀ ਜੀ। ਜੇ ਸਾਡੀਆਂ ਸਟੇਟ ਗੌਰਮੈਂਟਾਂ ਕੋਲ ਇੰਨੇ ਪੈਸੇ ਹੀ ਨਹੀਂ ਸਨ
ਕਿ ਉਹ ਚੰਗੇ ਹਸਪਤਾਲ ਬਣਾ ਲੈਂਦੇ ਤੇ ਸੈਂਟਰ ਦੀਆਂ ਸਕੀਮਾਂ ਕਰਨਗੀਆਂ ਕੀ। ਉਹ ਤਾਂ ਸਕੀਮ ਤਾਂ ਦੇ ਹੀ ਸਕਦੇ, ਉਹਨਾਂ ਦਾ ਕੋਈ ਭੇਦਭਾਵ ਰੱਖਿਆ ਹੀ ਨਹੀਂ। ਕਾਰਡ ਉਹਨਾਂ ਕੋਲੇ ਆ, ਬੰਦਿਆਂ ਕੋਲੇ, ਇਲਾਜ ਫੇਰ ਨਹੀਂ ਹੋ ਰਿਹਾ। ਸੋ ਕਿਉਂ ਨਹੀਂ ਹੋ ਰਿਹਾ? ਹੁਣ ਵੀ ਮੈਂ ਫਿਰ ਕਹਿ ਰਿਹਾ, ਕਿਸੇ ਦੀ ਮਰਜ਼ੀ ਸਰਕਾਰ ਬਣ ਜੇ, ਉਦੋਂ ਤੱਕ ਨਹੀਂ ਜੇ ਹੋਣਾ ਜਦੋਂ ਤੱਕ ਸਾਡੀ ਸੈਂਟਰ ਦੀ, ਇੱਕ ਵਾਰੀ ਪੰਜਾਬ ਨੂੰ ਸੈਂਟਰ ਦੀ ਭਾਈਵਾਲੀ ਵਾਲੀ ਸਰਕਾਰ ਚਾਹੀਦੀ ਹੈ। ਫਿਰ ਪੰਜਾਬ ਆਪਣੇ ਪੈਰਾਂ ਤੇ ਕਰਜ਼ਾ ਮੁਕਤ ਹੋਵੇ, ਰੋਜ਼ਗਾਰ ਮਿਲੇ, ਪੰਜਾਬ ਦੇ ਜਿਹੜੇ ਅਦਾਰੇ ਬੰਦ ਪਏ ਨੇ ਉਹਨਾਂ ਦੇ ਵਿੱਚ ਜਾਨ ਆਵੇ, ਫਿਰ ਪੰਜਾਬ ਤਰੱਕੀ ਤੇ ਆਉਣਾ। ਨਹੀਂ ਤਾਂ ਮੁਸ਼ਕਲ ਹੈ। ਕਿਸੇ ਦੀ ਸਰਕਾਰ ਬਣ ਜੇ, ਵੈਸੇ ਤਾਂ ਬਣ ਨਹੀਂ ਜਾ ਰਹੀ ਕਿਸੇ ਦੀ ਵੀ, ਇਸ ਵੇਲੇ ਕਿਸੇ ਦੀ ਨਹੀਂ ਬਣ ਰਹੀ, ਪਰ ਜੇ ਕਿਤੇ ਬਣੇਗੀ ਤਾਂ ਪੰਜਾਬ ਦੀ ਸਰਕਾਰ ਗਠਬੰਧਨ ਵਾਲੀ ਸਰਕਾਰ ਤੋਂ ਬਿਨਾਂ ਜਿਹੜਾ ਆ, ਸੈਂਟਰ ਤੋਂ ਬਿਨਾਂ ਉਹ ਚੱਲ ਨਹੀਂ ਸਕੇਗੀ, ਪੰਜਾਬ ਦਾ ਭਲਾ ਨਹੀਂ ਕਰ ਸਕੇਗੀ। ਇਹ ਮੈਂ ਆਉਣ ਵਾਲੀਆਂ ਜਨਰੇਸ਼ਨਸ ਨੂੰ, ਉਹਨਾਂ ਦੀ ਭਲਾਈ ਵਾਸਤੇ ਲੋਕਾਂ ਨੂੰ ਬੇਨਤੀ ਕਰਦਾ ਵੀ ਸੋਚ ਸਮਝ ਕੇ ਫੈਸਲਾ ਲਿਓ, ਕਿਉਂਕਿ ਇਹ ਵੋਟ ਹੈ, ਵੋਟ ਦੀ ਤਾਕਤ ਬੜੀ ਹੈ, ਦੋ ਧਾਰੀ ਤਲਵਾਰ ਹੈ। ਜੇ ਸਹੀ ਇਸਤੇਮਾਲ ਹੋ ਗਿਆ ਤੇ ਪੰਜਾਬ ਖੁਸ਼ਹਾਲ ਹੋ ਜਾਏਗਾ, ਤੇ ਜੇ ਕਿਤੇ ਗਲਤ ਇਸਤੇਮਾਲ ਹੋ ਗਿਆ ਤੇ ਆਉਣ ਵਾਲੀਆਂ ਜਨਰੇਸ਼ਨਾਂ ਜਿਸ ਦਲਦਲ ਵਿੱਚ ਪੰਜਾਬ ਹੈ ਉਹਦੇ ਵਿੱਚ ਧਸ ਜਾਣਗੀਆਂ। ਮੈਂ ਤੁਹਾਡਾ ਓਨੈਸਟ ਰਿਵਿਊ ਲੈਣਾ ਚਾਹੂੰਗੀ ਕਿ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਦੀ ਇਸ ਵਾਰ ਗਠਬੰਧਨ ਵਾਲੀ ਸਰਕਾਰ ਇੱਥੇ ਬਣੇਗੀ, ਜਾਂ ਫਿਰ ਕਿਉਂਕਿ ਪੰਜਾਬ ਦਾ ਇਦਾਂ ਦਾ ਮਾਹੌਲ ਬਣਿਆ ਹੋਇਆ ਨੇ ਕਿ ਪਹਿਲਾਂ 2 ਧਿਰ ਹੁੰਦੇ ਸੀ, ਹੁਣ 4 ਧਿਰ ਖੜੇ ਹੋ ਗਏ ਨੇ, ਤੇ ਪਤਾ ਹੀ ਨਹੀਂ ਲੱਗ ਰਿਹਾ ਕਿ ਇਸ ਵਾਰ ਕਿਸ ਦੇ ਵੱਲ ਨੂੰ ਲੋਕ ਜਾ ਰਹੇ ਨੇ। ਦੇਖੋ, ਮੈਂ ਤਾਂ ਓਨੈਸਟ ਰਿਵਿਊ ਦੇਣਾ, ਪਰ ਤੁਸੀਂ ਕਿਸੇ ਪਾਰਟੀ ਦੇ ਪ੍ਰਧਾਨ ਨੂੰ ਇਹ ਪੁੱਛ ਲਿਓ ਵੀ ਓਨੈਸਟ ਰਿਵਿਊ ਉਹ ਦੇ ਦੇਵੇ ਵੀ ਉਹਦੀ ਸਰਕਾਰ ਬਣ ਰਹੀ ਹੈ। ਹੁਣ ਬਾਦਲ ਨੂੰ ਪੁੱਛ ਰਹੇ ਹੋ ਵੀ ਉਹਦੀ ਸਰਕਾਰ ਬਣਦੀ ਹੈ, ਓਨੈਸਟ ਰਿਵਿਊ ਉਹ ਦੇ ਦੇਵੇ। ਉਹ ਤਾਂ ਕਹਿੰਦੇ ਬਣ ਹੀ ਰਹੀ ਹੈ ਜੀ। ਉਹ ਪਿਛਲੀ ਵਾਰੀ ਵੀ ਬਣਾਉਂਦਾ ਸੀ 120 ਸੀਟਾਂ, ਕਹਿੰਦਾ ਹਰਿਆਣੇ ਵਾਲੀਆਂ ਵੀ 2-3 ਲੈ ਲੈਣੀਆਂ ਮੈਂ। ਸੋ ਕੇਜਰੀਵਾਲ ਸਾਹਿਬ ਵੀ ਸਾਡੇ ਦਿੱਲੀ ਤੋਂ ਆਉਂਦੇ ਆ, ਸੋ ਉਹ ਵੀ ਕਹਿੰਦੇ ਸੀ ਵੀ 100 ਹੀ ਲੈ ਜਾਏਂਗੇ ਹਮ ਇੱਕ ਬਾਰ। ਤੋ ਹੁਣ ਵੀ ਪਤਾ ਨਹੀਂ, ਸਿੱਧੂ ਸਾਹਿਬ ਨੂੰ ਪੁੱਛ ਲਿਓ ਜਾਂ ਸਾਡੇ 10 ਕਰੋੜੀ ਚੰਨੀ ਸਾਹਿਬ ਨੇ, ਉਹਨਾਂ ਨੂੰ ਪੁੱਛ ਲਿਓ ਵੀ ਉਹਨਾਂ ਦਾ ਓਨੈਸਟ ਰਿਵਿਊ ਉਹ ਦੇ ਦੇਣ ਵੀ ਉਹਨਾਂ ਦੀ ਸਰਕਾਰ ਬਣ ਰਹੀ ਹੈ। ਜਦੋਂ ਕਿਸੇ ਦੀ ਨਹੀਂ ਬਣਨੀ ਤਾਂ ਫਿਰ ਮਹਾਗਠਬੰਧਨ ਦੀ ਤਾਂ ਬਣ ਹੀ ਜਾਣੀ ਹੈ ਜੀ। ਬਹੁਤ ਬਹੁਤ ਧੰਨਵਾਦ ਦਮਨਵੀਰ ਜੀ, ਸਾਡੇ ਨਾਲ ਗੱਲਬਾਤ ਕਰਨ ਲਈ। ਥੈਂਕ ਯੂ। ਤੇ ਇਹ ਸੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਦਮਨਵੀਰ ਸਿੰਘ ਫਿਲੌਰ, ਜੋ ਕਿ ਉਮੀਦਵਾਰ ਨੇ ਫਿਲੌਰ ਤੋਂ, ਤੇ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਹਲਕੇ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਜਿਨ੍ਹਾਂ ਨੂੰ ਉਹ ਹੱਲ ਕਰਨਗੇ, ਇਹ ਵੀ ਯਕੀਨ ਲੋਕਾਂ ਨੂੰ ਦਿਵਾਇਆ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਦੈਨਿਕ ਸਵੇਰਾ, ਫਿਲੌਰ।